ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 9 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਜੇ ਕਿਸੇ ਦੀ ਕਵਰਡ ਕੈਲੀਫੋਰਨੀਆ ਦੇ ਤਹਿਤ ਜੇ ਕਿਸੇ ਨੇ ਇੰਸ਼ੋਰੈਂਸ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਦੇ ਕੋਲੋਂ ਇੰਸ਼ੋਰੈਂਸ ਲੈ ਸਕਦੇ ਹੋ। ਵਾਲੀ ਜੇ ਕਿਸੇ ਦੀ ਇੰਪਲੋਇਰ ਬੇਸਡ ਇੰਸ਼ੋਰੈਂਸ ਜਿਹੜੀ ਉਹ ਖਤਮ ਹੋ ਗਈ ਆ ਉਹਨਾਂ ਦੀ ਨੌਕਰੀ ਜਾਣ ਦੇ ਕਰਕੇ, ਜਾਂ ਜੇ ਤੁਹਾਡੀ ਤਨਖਾਹ ਦੇ ਵਿੱਚ ਜਿਹੜੀ ਕਟੌਤੀ ਹੋਈ ਹੈ ਅਤੇ ਤੁਸੀਂ ਆਪਣਾ ਇੰਸ਼ੋਰੈਂਸ ਦਾ ਪਲਾਨ ਚੇਂਜ ਕਰਨਾ ਚਾਹੁੰਦੇ ਹੋ ਹੈਲਥ ਇੰਸ਼ੋਰੈਂਸ ਦਾ, ਤਾਂ ਅੱਜ ਹੀ ਇਹਨਾਂ ਨੂੰ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਡਾਕਟਰ ਅਮਰਜੀਤ ਸਿੰਘ ਬੈਂਸ ਯੂਬਰ ਸਿਟੀ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਹਰਜੀਤ ਸਿੰਘ ਲੈਥਰੋਪ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਗੁਰਮੀਤ ਸਿੰਘ ਗਿੱਲ, ਕਰਨੈਲ ਸਿੰਘ ਰੰਧਾਵਾ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਕੱਲ੍ਹ ਸ਼ਾਮ ਵਾਲੀਆਂ ਖਬਰਾਂ 'ਚ ਦੱਸਿਆ ਸੀ, ਜਿਹੜੇ ਅਨਪਲਾਈਮੈਂਟ ਦੇ ਫਿਗਰਸ ਆ ਉਹ ਆਲਰੇਡੀ ਆ ਗਏ ਹੈਗੇ ਆ। US ਦੀ ਜਿਹੜੀ ਵੀਕਲੀ ਜੋਬਲੈਸ ਕਲੇਮ ਆ ਉਹ 6.6 ਮਿਲੀਅਨ ਲੋਕਾਂ ਨੇ ਹੁਣ ਜਿਹੜੀ ਆ ਹੋਰ ਅਨਪਲਾਈਮੈਂਟ ਪਿਛਲੇ ਹਫ਼ਤੇ ਦੇ ਵਿੱਚ ਭਰੀ ਆ। ਸੋ ਟੋਟਲ ਅੱਜ ਦੀ ਡੇਟ ਤੱਕ ਅਮਰੀਕਾ ਦੇ ਵਿੱਚ 16 ਮਿਲੀਅਨ ਅਮਰੀਕਨ ਜਿਹੜੇ ਆ ਉਹਨਾਂ ਨੇ ਆਪਣੀਆਂ ਨੌਕਰੀਆਂ ਲੂਜ਼ ਕਰ ਲਈਆਂ ਹੈਗੀਆਂ ਜਸਟ 3 ਵੀਕਾਂ ਦੇ ਵਿੱਚ। ਸੋ ਇਹ ਹੁਣ ਕੰਪੇਅਰ ਕਰ ਲਓ, ਕਹਿੰਦੇ ਪਈ ਜਦੋਂ ਤੋਂ ਕਰੋਨਾ ਵਾਇਰਸ ਨਹੀਂ ਸ਼ੁਰੂ ਹੋਇਆ ਸੀ ਉਸ ਟਾਈਮ 151 ਮਿਲੀਅਨ ਲੋਕ ਜਿਹੜੇ ਉਹ ਪੇਰੋਲ 'ਤੇ ਸੀਗੇ ਲਾਸਟ ਮੰਥ। ਸੋ 10% ਦੇ ਕਰੀਬ ਆਲਰੇਡੀ ਜਿਹੜੀ ਵਰਕ ਫੋਰਸ ਆ ਉਹ ਲੇ ਆਫ ਹੋ ਗਈ ਹੈਗੀ ਆ। ਇਹ ਨੰਬਰ ਕਹਿੰਦੇ ਆਉਣ ਵਾਲੇ ਦਿਨਾਂ 'ਚ ਹੋਰ ਜ਼ਿਆਦਾ ਉੱਪਰ ਨੂੰ ਜਾਣਗੇ। ਸੋ ਜਿਹੜੇ $2.3 ਟ੍ਰਿਲੀਅਨ ਦਾ ਸਟਿਮੂਲਸ ਪੈਕੇਜ ਜਿਹੜਾ ਫੈਡਰਲ ਰਿਜ਼ਰਵ ਬੋਰਡ ਨੂੰ ਕੋਸ਼ਿਸ਼ ਕੀਤਾ ਜਾ ਰਿਹਾ, ਉਹ ਤੋਂ ਬਾਅਦ ਇਹ ਨੰਬਰਸ ਜਿਹੜੇ ਆਏ ਹੈਗੇ ਆ। ਸਭ ਤੋਂ ਜ਼ਿਆਦਾ ਹਿੱਟ ਸਟੇਟਸ ਜਿਹੜੀਆਂ ਸਾਡੀ ਖੁਦ ਦੀ ਸਟੇਟ ਜਿਹੜੀ ਹੈਗੀ ਕੈਲੀਫੋਰਨੀਆ, ਨਿਊਯਾਰਕ ਅਤੇ ਮਿਸ਼ੀਗਨ, 3 ਸਟੇਟਾਂ ਜਿਹੜੀਆਂ ਆ ਅਨਪਲਾਈਮੈਂਟ ਫਾਈਲਿੰਗ ਕਰਨ ਦੇ ਵਿੱਚ ਸਭ ਤੋਂ ਅੱਗੇ ਹੈਗੀਆਂ ਜੀ। ਅਤੇ ਨਾਲ ਹੀ ਜੇ ਇਸ ਦਾ ਪੈਰਲਲ ਹੀ ਦੇਖਦਾ ਜਾਈਏ ਤਾਂ ਇਹਨਾਂ ਹੀ 3-4 ਸੂਬਿਆਂ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਦੇ ਕੇਸ ਵੀ ਹੈਗੇ ਆ। ਸੋ ਜਿਹੜਾ ਸ਼ੈਲਟਰ ਇਨ ਪਲੇਸ ਅਤੇ ਜਿਹੜੀ ਸੀਰੀਅਸਨੈਸ ਅਤੇ ਗੰਭੀਰਤਾ ਆ ਇਹਨਾਂ ਸੂਬਿਆਂ ਦੀ ਜਿਹੜੀ ਇਕੋਨਮੀ ਦੇ ਅਨਇੰਪਲੋਇਮੈਂਟ ਦੇ ਨੰਬਰਾਂ ਦੇ ਨਾਲ ਕਰੋਨਾ ਵਾਇਰਸ ਦੇ ਨੰਬਰਾਂ ਦੇ ਨਾਲ ਬਿਲਕੁਲ ਮੇਚ ਜਿਹੜੀ ਆ ਉਹ ਖਾ ਰਹੀ ਆ। ਜਿੱਦਾਂ ਆંકੜੇ ਇੱਧਰ ਵੱਧ ਰਹੇ ਆ ਉੱਦਾਂ ਅਨਇੰਪਲੋਇਮੈਂਟ ਜਿਹੜੀ ਉਹ ਫਾਈਲ ਹੋ ਰਹੀ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ, ਕਹਿੰਦੇ 9 ਦੇ ਵਿੱਚੋਂ 1 ਜਣਾ ਇਸ ਟਾਈਮ ਅਨਇੰਪਲੋਇਡ ਆ, ਉਸਨੇ ਫਾਈਲ ਕਰ ਦਿੱਤੀ ਹੋਈ ਆ। ਸੋ 17 ਮਿਲੀਅਨ ਕੁੱਲ ਅਮਰੀਕਾ ਦੇ ਵਿੱਚ ਜਿਹੜੀ ਅਨਇੰਪਲੋਇਮੈਂਟ ਆ ਉਹ ਫਾਈਲ ਹੋਈ ਆ। ਇਹ ਕਾਫੀ ਜ਼ਿਆਦਾ ਗੰਭੀਰ ਮਸਲਾ ਜਿਹੜਾ ਆ ਉਹ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਤਕਰੀਬਨ 1 ਮਿਲੀਅਨ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਆ ਜਿਹੜਾ ਲੋਕਾਂ ਨੇ ਅਨਇੰਪਲੋਇਮੈਂਟ ਫਾਈਲ ਕੀਤੀ ਹੈਗੀ ਆ। ਸੋ ਇਸ ਤੋਂ ਪਹਿਲਾਂ ਇਹ ਜਿਹੜੇ ਪਿਛਲੇ ਹਫ਼ਤੇ ਦੇ ਆંકੜੇ ਆ, ਸੋ ਉਸ ਤੋਂ ਪਿਛਲੇ ਹਫ਼ਤੇ ਵੀ 1 ਮਿਲੀਅਨ, ਉਸ ਤੋਂ ਪਹਿਲਾਂ 1,86,000 ਲੋਕਾਂ ਨੇ ਜਿਹੜਾ ਉਹ ਫਾਈਲ ਕੀਤਾ ਸੀਗਾ। ਸੋ ਇਹ ਇਸ ਹਿਸਾਬ ਦੇ ਨਾਲ ਜੇ ਆਪਾਂ ਦੇਖਦੇ ਜਾਈਏ ਤਾਂ ਇਹ 2.5 ਮਿਲੀਅਨ ਦਾ ਆંકੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਜਿਹੜੇ ਇਹਨਾਂ ਨੇ ਅਨੁਮਾਨ ਲਾਏ ਸੀ ਉਸ ਨੂੰ ਇਹ ਪਾਰ ਕਰ ਜਾਵੇਗਾ। ਬਿਲਕੁਲ ਟੋਟਲ ਹੁਣ ਤੱਕ 17 ਮਿਲੀਅਨ ਲੋਕ ਜਿਹੜੇ ਆ 16 ਮਿਲੀਅਨ ਲੋਕ ਜਿਹੜੇ ਆ ਉਹ ਅਪਲਾਈ ਕਰ ਚੁੱਕੇ ਹੈਗੇ ਆ। ਜੇ ਥੋੜ੍ਹਾ ਡਾਟਾ ਤੁਹਾਡੇ ਨਾਲ ਸਾਂਝੇ ਕਰਦੇ ਜਾਈਏ, ਕਹਿੰਦੇ ਵੀ 2010 ਜਦੋਂ ਰਿਸੈਸ਼ਨ ਸੀ, ਲਾਸਟ ਰਿਸੈਸ਼ਨ ਆਇਆ ਸੀ ਜੀ, ਉਹ ਤੋਂ ਲੈ ਕੇ 2020 ਤਾਈਂ 24.8 ਮਿਲੀਅਨ ਨਵੀਆਂ ਜੌਬਸ ਕ੍ਰੀਏਟ ਹੋਈਆਂ 10 ਸਾਲਾਂ 'ਚ। ਸੋ ਜਦੋਂ ਕਹਿੰਦੇ ਲਾਸ ਹੁੰਦੀਆਂ ਆ, ਦੇਖ ਲਓ ਵੀ 1 ਮਹੀਨੇ ਦੇ ਵਿੱਚ ਹੀ ਜਿਹੜਾ ਮਾਰਚ 21 ਵਾਲਾ ਵੀਕ ਐਂਡ ਹੋਇਆ ਉਹ 'ਚ 3.3 ਮਿਲੀਅਨ ਲੋਕਾਂ ਨੇ ਫਾਈਲ ਕੀਤਾ। ਮਾਰਚ 28 ਵਾਲੇ 'ਚ 6.9 ਮਿਲੀਅਨ ਲੋਕਾਂ ਨੇ ਫਾਈਲ ਕੀਤਾ। ਅਪ੍ਰੈਲ 4 ਵਾਲਾ ਜਿਹੜਾ ਵੀਕ ਐਂਡ ਹੋਇਆ ਉਹ 'ਚ 6.6 ਮਿਲੀਅਨ ਲੋਕਾਂ ਨੇ ਅਪਲਾਈ ਕੀਤਾ। ਸੋ ਜਦੋਂ ਲਾਸਟ ਗ੍ਰੇਟ ਰਿਸੈਸ਼ਨ ਆਇਆ ਸੀ ਉਦੋਂ 8.7 ਮਿਲੀਅਨ ਲੋਕਾਂ ਦੀ ਜੌਬ ਗਈ ਸੀ। ਸੋ ਇਹਦੇ ਵਿੱਚ ਆਲਰੇਡੀ 16 ਮਿਲੀਅਨ ਲੋਕਾਂ ਦੀ ਜੌਬ ਜਾ ਚੁੱਕੀ ਆ ਅਤੇ ਹਜੇ ਬਹੁਤ ਸਾਰੇ ਲੋਕ ਜਿਹੜੇ ਆ ਅਨਪਲਾਈਮੈਂਟ ਉਹ ਫਾਈਲ ਕਰ ਰਹੇ ਆ,
ਕਿਉਂਕਿ ਬਹੁਤ ਸਾਰੇ ਸਟੇਟਾਂ ਦੇ ਜਿਹੜੇ ਅਨਪਲਾਈਮੈਂਟ ਦੇ ਆਫਿਸਰਸ ਆ ਉਹ ਜਿੱਦਾਂ ਬਹੁਤ ਬਿਜ਼ੀ ਹੈਗੇ ਸਲੋ ਆ, ਆ। ਕੰਪਿਊਟਰਸ ਉਹਨਾਂ ਦੇ ਕੰਮ ਨਹੀਂ ਕਰ ਰਹੇ ਹੈਗੇ ਜੀ ਬਿਲਕੁਲ, ਉੱਦਾਂ ਵੀ ਉਹਨਾਂ ਦੇ ਜਿਹੜੀ ਕਹਿ ਲਓ ਵੀ ਟਾਸਕ ਫੋਰਸ ਇੰਪਲੋਈ ਉਹਨੇ ਨਹੀਂ ਹੈਗੇ ਵੀ ਜਿੰਨੇ ਇਸ ਟਾਈਮ ਕਲੇਮ ਜਿਹੜੇ ਉਹ ਸਾਹਮਣੇ ਆ ਰਹੇ ਹੈਗੇ ਆ। ਸੋ ਅਨਇੰਪਲੋਇਮੈਂਟ ਰੇਟ ਜਿਹੜਾ ਦੇਖੋ ਆਪਾਂ ਚਰਚਾ ਚੱਲਦੀ ਸੀ ਵੀ ਪਿਛਲੇ 50 ਸਾਲਾਂ ਦੇ ਵਿੱਚ ਸਭ ਤੋਂ ਘੱਟ ਦੇਖਣ ਨੂੰ ਮਿਲ ਰਿਹਾ, 3.5% ਜਾਂ ਉਸ ਦੇ ਇਰਦ ਗਿਰਦ ਥੱਲੇ ਨੂੰ ਆ ਰਿਹਾ ਆ। ਸੋ ਇਸ ਮੌਕੇ ਜਿਹੜੇ ਅਰਥ ਸ਼ਾਸਤਰੀ ਉਹ ਕਹਿ ਰਹੇ ਵੀ US ਦੀ ਅਨਇੰਪਲੋਇਮੈਂਟ ਰੇਟ ਆ ਉਹ 13% ਤੋਂ ਉੱਤੇ ਜਿਹੜੀ ਆ ਰਾਈਟ ਨਾਓ ਜਿਹੜੀ ਹੋ ਸਕਦੀ ਹੈ, ਅਤੇ ਗ੍ਰੇਟ ਡਿਪਰੈਸ਼ਨ ਤੋਂ ਵਰਸ ਜਿਹੜੀ ਆ ਉਹ ਜਾ ਸਕਦੀ ਹੈਗੀ ਆ। ਸੋ ਕਾਫੀ ਜਿਹੜਾ ਇਸ ਚੀਜ਼ ਨੂੰ ਧਿਆਨ ਇਹ ਚੀਜ਼ ਜਿਹੜੀ ਉਹ ਮੰਗਦੀ ਆ। ਉੱਦਾਂ ਜਿਹੜਾ ਹਰਜੋਤ ਸਿੰਘ ਜੀ ਸਮਹਾਓ ਇਹ ਸਾਰੀਆਂ ਖਬਰਾਂ ਦਾ ਜਿਹੜਾ ਸਟਾਕ ਮਾਰਕੀਟ ਦੇ ਉੱਤੇ ਘੱਟ ਅਸਰ ਨਜ਼ਰ ਆ ਰਿਹਾ ਆ ਪਿਛਲੇ ਕੁਛ ਜਿਹੜੇ 3-4 ਦਿਨਾਂ ਦੇ ਵਿੱਚ। ਅੱਜ ਵੀ ਜਿਹੜੀ ਪਹਿਲਾਂ ਸਟਾਕ ਮਾਰਕੀਟ ਆ ਉੱਤੇ ਵੱਲ ਨੂੰ ਹੀ ਜਿਹੜਾ ਉਸਨੇ ਜਿਹੜਾ ਆ ਕਦਮ ਚੱਕੇ ਹੋਏ ਨੇ। ਸੋ ਹੁਣ ਇੱਥੋਂ ਜਿਹੜਾ ਹਰਜੋਤ ਸਿੰਘ ਜੀ ਇਹ ਚੀਜ਼ ਕਲੀਅਰ ਹੁੰਦੀ ਆ ਵੀ ਸਟਾਕ ਮਾਰਕੀਟ ਰੀਅਲ ਪਿਕਚਰ ਨਹੀਂ ਦੱਸਦਾ, ਜਿਹੜੀ ਕੰਟਰੀ ਦੀ ਜਿਹੜੀ ਇਕੋਨਮੀ ਦੀ ਜਿਹੜੀ ਰੀਅਲ ਪਿਕਚਰ ਉਹ ਨਹੀਂ ਹੁੰਦੀ। ਹਾਂ, ਨੋ ਡਾਊਟ ਸਟਾਕ ਮਾਰਕੀਟ ਇੱਕ ਇੰਪੋਰਟੈਂਟ ਹਿੱਸਾ ਹੈਗਾ ਆ ਆਰਥਿਕਤਾ ਦਾ। ਅੱਜ ਇੱਕ ਕਾਰਨ ਇਹ ਵੀ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਦੇ ਉੱਤੇ ਜਾਣ ਦਾ ਹੈਗਾ ਆ ਵੀ ਜਿਹੜੇ ਤੇਲ ਦੀ ਲੜਾਈ ਸੀਗੀ ਸਾਊਦੀ ਅਰੇਬੀਆ ਅਤੇ ਰਸ਼ੀਆ ਦੇ ਦਰਮਿਆਨ, ਉਹਨਾਂ ਦੇ ਵਿਚਕਾਰੇ ਜਿਹੜਾ ਆ ਉਹ ਸਮਝੌਤਾ ਹੋ ਗਿਆ ਆ, ਅਤੇ ਰਸ਼ੀਆ ਤੇ ਆਈ ਥਿੰਕ ਉਹਨਾਂ ਨੇ ਜਿਹੜੀ ਪ੍ਰੋਡਕਸ਼ਨ ਜਾਂ ਘਟਾਉਣ ਦੀ ਜਿਹੜੀ ਆ ਉਹ ਮੰਗ ਕਰ ਲਈ ਹੈਗੀ ਆ, ਮਨਜ਼ੂਰੀ ਜਿਹੜੀ ਉਹਨਾਂ ਦੋਨੋਂ ਪਾਸਿਓਂ ਜਿਹੜੀ ਉਹ ਆ ਗਈ ਆ। ਸੋ ਉਹਨਾਂ ਦੋਨੋਂ ਮੁਲਕਾਂ ਦੀ ਜਿਹੜੀ ਲੜਾਈ ਆ ਉਸ ਦੇ ਉੱਤੇ ਟਰਮਾ ਲੱਗਾ ਹੈ, ਜਿਸ ਕਰਕੇ ਸਟਾਕ ਮਾਰਕੀਟ ਤਾਂ ਨੂੰ ਵੀ ਜਿਹੜੀ ਉਹ ਜਾ ਰਹੀ ਆ। ਇਸ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸਰ ਜਿਹੜੇ ਹੋ ਸਕਦੇ ਦੇਖੋ, ਸਟਾਕਸ ਦੇ ਬਾਰੇ ਸਾਰੇ ਲੋਕ ਜਿਨ੍ਹਾਂ ਨੇ ਇਸ ਦੇ ਵਿੱਚ ਕਰਨਾ ਆ ਉਹ ਜ਼ਰੂਰ ਆਪਣੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਸਲਾਹ ਜਿਹੜੀ ਉਹ ਕਰੋ ਵੀ ਕਿਸ ਤਰੀਕੇ ਦੇ ਨਾਲ ਕਰਨਾ ਚਾਹੀਦਾ। ਜੇ ਤੁਹਾਨੂੰ ਠੀਕ ਲੱਗਦਾ ਕਰੋ, ਜੇ ਤੁਹਾਨੂੰ ਠੀਕ ਨਹੀਂ ਲੱਗਦਾ, ਰਿਸਕ ਜ਼ਿਆਦਾ ਲੱਗਦਾ ਆ, ਉਹ ਉਸ ਦੇ ਉੱਤੇ ਜਿਹੜਾ ਉਹ ਨਾ ਪੈਸੇ ਜਿਹੜੇ ਉਹ ਲਾਏ ਜਾਣ, ਕਿਉਂਕਿ ਆਪਾਂ ਦੇਖਿਆ ਆ ਹਰਜੋਤ ਸਿੰਘ ਜੀ ਜਦੋਂ ਡਿੱਗਦੀ ਆ ਤਾਂ ਫਿਰ ਕਿੱਦਾਂ ਡਿੱਗਦੀ ਆ 3-3000 ਪੁਆਇੰਟ 'ਚ ਜੀ। ਬਿਲਕੁਲ, ਉੱਦਾਂ ਇਹ ਆ ਵੀ ਰਾਈਟ ਨਾਓ ਜਿਹੜਾ ਇਮੋਸ਼ਨ ਮਾਰਕੀਟ ਨੂੰ ਜਿਹੜਾ ਕਰਨ ਦਾ ਹੈਗਾ ਆ ਫੀਅਰ ਅਤੇ ਨਿਊਟਰਲ ਦੇ ਦਰਮਿਆਨ ਆ। ਅੱਗੇ ਇੱਕ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਐਕਸਟ੍ਰੀਮ ਫੀਅਰ ਜਿਹੜਾ ਆ ਉਹ ਚੱਲ ਰਿਹਾ ਸੀਗਾ, ਪਰ ਹੁਣ ਹੌਲੀ ਹੌਲੀ ਜਿੱਦਾਂ ਆਪਾਂ ਦੇਖਦੇ ਹਾਂ ਪਿਛਲੇ 3-4 ਦਿਨਾਂ ਤੋਂ ਵੀ ਸਟਾਕ ਮਾਰਕੀਟ ਉੱਤੇ ਵੱਲ ਨੂੰ ਜਿਹੜੇ ਉਸਨੇ ਕਦਮ ਚੱਕੇ ਨੇ। ਸੋ ਨਿਊਟਰੈਲਿਟੀ ਵੱਲ ਦੇ ਵਿਚਕਾਰ ਜਾਂ ਮਾਹੌਲ ਜਿਹੜਾ ਉਹ ਲੋਕਾਂ ਦਾ ਬਣਿਆ ਹੋਇਆ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਸਮਾਲ ਬਿਜ਼ਨਸ ਨੂੰ ਲੈ ਕੇ ਆ। ਸਮਾਲ ਬਿਜ਼ਨਸ ਨੂੰ ਦੇ ਸੰਬੰਧ ਦੇ ਵਿੱਚ ਜਿਹੜੇ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਆ, ਉਹ ਇੱਕ ਬਿੱਲ ਲੈ ਕੇ ਆ ਰਹੇ ਸੀ, ਜਿਹਦੇ ਵਿੱਚ ਉਹ ਕਹਿੰਦੇ ਸੀ ਵੀ $250 ਬਿਲੀਅਨ ਹੋਰ ਜਿਹੜਾ ਆ ਸਮਾਲ ਬਿਜ਼ਨਸਿਸ ਨੂੰ ਦਿੱਤਾ ਜਾਵੇ। ਪਿਛਲੇ ਦਿਨਾਂ 'ਚ ਆਪਾਂ ਡਿਸਕਸ ਕਰਦੇ ਆਏ ਹਾਂ ਵੀ ਕਿਸ ਤਰ੍ਹਾਂ ਇੱਕ ਪਹਿਲਾਂ $10,000 ਵਾਲੀ ਗੱਲ ਹੋਈ ਸੀ, ਉਹ ਤੋਂ ਬਾਅਦ ਫਿਰ ਐਕਸਟਰਾ ਹੁਣ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਅਤੇ ਇੱਕ ਹੋਰ ਬਿੱਲ ਜਿਹੜਾ, ਕਿਉਂਕਿ ਸਮਾਲ ਬਿਜ਼ਨਸ ਬਹੁਤ ਜ਼ਿਆਦਾ ਹਰਟ ਹੋਏ ਹੈਗੇ ਆ। ਸੋ ਉਹਦੇ 'ਤੇ ਕੋਈ ਐਗਰੀਮੈਂਟ ਨਹੀਂ ਹੋ ਸਕਿਆ ਅਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਸਾਥ ਨਹੀਂ ਦਿੱਤਾ, ਅਤੇ ਹੁਣ ਜਿਹੜੀ ਆ ਸੈਨੇਟ ਉਹ ਕਹਿੰਦੇ ਵੀ ਉਹ ਛੁੱਟੀ 'ਤੇ ਹੁਣ ਮੰਡੇ ਨੂੰ ਫੇਰ ਵਾਪਸ ਉਹ ਆਉਣਗੇ। ਹੁਣ ਉਹ ਛੁੱਟੀ 'ਤੇ ਸੈਨੇਟਰ ਜਿਹੜੇ ਆ ਉਹ ਚਲੇ ਗਏ ਹੈਗੇ। ਬਿਲਕੁਲ, ਇਹ ਉਹਨਾਂ ਨੇ ਜਿਹੜੇ ਸੈਨੇਟਰਸ ਨੇ ਡੈਮੋਕ੍ਰੇਟਸ ਦੇ ਉਹਨਾਂ ਨੇ ਬਲੌਕ ਕੀਤਾ। ਉਹਨਾਂ ਨੇ ਮੰਗ ਕੀਤੀ ਵੀ ਜਿਹੜਾ $250 ਬਿਲੀਅਨ ਇਕੱਲਾ ਸਮਾਲ ਬਿਜ਼ਨਸ ਵਾਸਤੇ ਹੀ ਨਹੀਂ, ਇਸ ਦੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਹਸਪਤਾਲ ਅਤੇ ਜਿਹੜੀ ਲੋਕਲ ਗੌਰਮੈਂਟਸ ਆ ਉਹਨਾਂ ਦੇ ਲਈ ਵੀ ਜਿਹੜਾ ਇਸ ਦੇ ਵਿੱਚੋਂ ਕੁਛ ਰਾਸ਼ੀ ਜਿਹੜੀ ਉਹ ਜਾਣੀ ਚਾਹੀਦੀ ਹੈਗੀ ਆ, ਜਿਨ੍ਹਾਂ ਵਿੱਚ ਫੂਡ ਏਡ ਆ ਉਸ ਨੂੰ ਵੀ ਇਨਕਰੀਜ਼ ਉਹਨਾਂ ਨੇ ਕੀਤਾ ਜਾਵੇ। $350 ਬਿਲੀਅਨ ਦਾ ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਆਲਰੇਡੀ ਜਿਹੜੇ ਉਸ ਦੇ ਕਹਿ ਲਓ ਵੀ ਡਾਲਰ ਮੈਨੂੰ ਲੱਗਦਾ ਆ ਵੀ ਉਹ ਖ਼ਤਮ ਹੋਣ ਦੀ ਕਗਾਰ ਦੇ ਉੱਤੇ ਹੋਏ ਨੇ, ਕਿਉਂਕਿ ਇਹ ਫੋਰਗਿਵੇਬਲ ਲੋਨ ਸੀਗੇ ਸਮਾਲ ਬਿਜ਼ਨਸ ਦੇ ਲਈ, ਜਿਹੜੇ ਪੇਰੋਲ ਦੇ ਉੱਤੇ ਆਪਣੇ ਇੰਪਲੋਈਜ਼ ਨੂੰ ਜਿਹੜੇ ਉਹ ਰੱਖਣਗੇ, ਰਿਟੇਨ ਜਿਹੜੇ ਉਹ ਕਰਨਗੇ, ਅਤੇ ਉਹਦੇ ਵਿੱਚੋਂ ਕੁਛ ਹਿੱਸਾ ਜਿਹੜੇ ਹੋਰ ਐਕਸਪੈਂਸਿਸ ਦੇ ਲਈ ਜਿਹੜਾ ਉਹ ਵਰਤਿਆ ਜਾ ਸਕਦਾ ਸੀਗਾ। ਸੋ ਇਹ ਹੁਣ ਸਟੇਲਮੇਟ ਜਿਹੜੀ ਹੋਈ ਆ ਡੈਮੋਕ੍ਰੇਟਸ ਪਾਰਟੀਜ਼ਨ ਲਾਈਨਸ ਦੇ ਉੱਤੇ, ਜਿਹੜਾ ਇਸ ਨੂੰ ਡੈਮੋਕ੍ਰੇਟਸ ਦੇ ਦੁਆਰਾ ਜਿਹੜਾ ਉਹ ਰੋਕਿਆ ਗਿਆ ਹੈਗਾ ਆ। ਉੱਧਰ ਆਪਾਂ ਹਰਜੋਤ ਸਿੰਘ ਜੀ ਦੂਜੇ ਪਾਸੋਂ ਇੱਕ ਹੋਰ ਜਿਹੜੇ ਸਟਿਮੂਲਸ ਪੈਕੇਜ ਦੀ ਚਰਚਾ ਜਿਹੜੀ ਆ ਉਹ ਸੁਣ ਰਹੇ ਸੀਗੇ ਵੀ ਕਹਿ ਰਹੇ ਆ ਵੀ ਤਕਰੀਬਨ $500 ਬਿਲੀਅਨ ਦੀ ਜਿਹੜਾ ਇੱਕ ਹੋਰ ਸਟਿਮੂਲਸ ਪੈਕੇਜ ਜਿਹੜਾ ਉਹ ਆ ਸਕਦਾ ਆ। ਅਜੇ ਤਾਂ ਲੋਕ ਜਿਹੜੇ ਪਹਿਲਿਆਂ ਦੇ ਇੰਤਜ਼ਾਰ ਦੇ ਵਿੱਚ ਉਹ ਹੈਗੇ ਨੇ। ਅਤੇ ਕੱਲ੍ਹ ਵੀ ਆਪਾਂ ਜਿਹੜੀ ਗੱਲ ਕੀਤੀ ਸੀ ਅਤੇ ਅੱਜ ਵੀ ਇਸ ਦੀ ਚਰਚਾ ਜਿਹੜੀ ਫੇਰ ਥੋੜ੍ਹੀ ਭਖੀ ਆ, ਜਿਹੜੀ ਹੈਜ਼ਰਡ ਪੇ ਨੂੰ ਲੈ ਕੇ ਆ ਵੀ $25,000 ਤੱਕ ਦੀ ਰੇਜ਼ ਜਿਹੜੇ ਲੋਕ ਕੰਮ ਕਰ ਰਹੇ ਨੇ ਪੈਨਡੈਮਿਕ ਦੇ ਵਿੱਚ। ਇਹ ਜਿਹੜੇ ਸੈਨੇਟ ਡੈਮੋਕ੍ਰੇਟਸ ਦਾ ਇੱਕ ਨਵਾਂ ਪਲਾਨ ਹੈਗਾ। ਸੋ ਦੋਨੋਂ ਹੀ ਪਾਰਟੀ ਦੇ ਜਿਹੜੇ ਬੰਦੇ ਨੇ, ਡੈਮੋਕ੍ਰੇਟਸ ਨੇ ਅਤੇ ਚਾਹੇ ਰਿਪਬਲਿਕਨਸ ਨੇ,
ਆਪੋ ਆਪਣੇ ਪੱਧਰ ਦੇ ਉੱਤੇ ਆਪੋ ਆਪਣੇ ਜਿਹੜੇ ਵੋਟ ਬੈਂਕ ਨੂੰ ਵੀ ਖੁਸ਼ ਕਰਨ ਦੇ ਲਈ ਅਤੇ ਲੋਕਾਂ ਦੇ ਵਿੱਚ ਇੱਕ ਪੋਜ਼ਿਟਿਵ ਆਪਣੀ ਜਿਹੜੀ ਛਵੀ ਬਣਾਉਣ ਦੇ ਲਈ ਇੱਦਾਂ ਦੇ ਜਿਹੜੇ ਹੁਣ ਪਲਾਨਸ ਆ ਬਜਟ ਦੇ ਵਿੱਚ ਉਹ ਲੈ ਕੇ ਆ ਰਹੇ ਨੇ, ਤਾਂ ਜੋ ਕਿਉਂਕਿ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਵੋਟਾਂ ਵੀ ਇਹਨਾਂ ਨੇ ਮੰਗਣੀਆਂ ਆ, ਸੋ ਦਿਖਾਉਣ ਦੇ ਲਈ ਵੀ ਅਸੀਂ ਆਹ ਕੁਛ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ, ਜਾਂ ਇਹ ਜਿਹੜੀਆਂ ਚੀਜ਼ਾਂ ਉਹਨਾਂ ਨੇ ਟਰਾਈ ਕੀਤੀਆਂ ਆ। ਸੋ ਹੀਰੋਜ਼ ਫੰਡ ਪੈਨੇਡੈਮਿਕ ਪ੍ਰੀਮੀਅਮ ਪੇ ਇਨਕਰੀਜ਼ ਨਾਂ ਦਾ ਜਿਹੜਾ ਇਹ ਇੱਕ ਪ੍ਰਪੋਜ਼ਡ ਪਲਾਨ ਜਿਹੜਾ ਉਹ ਲੈ ਕੇ ਆ ਰਹੇ ਨੇ। ਹੁਣ ਇਹ ਦੇਖਣ ਵਾਲੀ ਹੋਊਗੀ ਗੱਲ ਵੀ ਜਿੱਦਾਂ ਇਹਨਾਂ ਨੇ ਹੁਣ ਜਿਹੜਾ ਅੜਿੱਕਾ ਡਾਇਆ ਆ ਰਿਪਬਲਿਕਨ ਪਾਰਟੀ ਦੇ ਜਿਹੜੇ $250 ਬਿਲੀਅਨ ਦੇ ਪਲਾਨ ਦੇ ਵਿੱਚ, ਕੀ ਰਿਪਬਲਿਕਨਸ ਇਹਨਾਂ ਦੇ ਇਸ ਪਲਾਨ ਦੇ ਵਿੱਚ ਉਹ ਸਾਥ ਦੇਣਗੇ ਜਾਂ ਉਹ ਵੀ ਇਸ ਦੇ ਵਿੱਚ ਅੜਿੱਕਾ ਜਿਹੜਾ ਉਹ ਡਾਉਣਗੇ। ਜੀ, ਅਗਲੀ ਖਬਰ ਵੱਲ ਚਲੀਏ ਤਾਂ ਡਾਕਟਰ ਫੌਚੀ ਜਿਹੜੇ ਹੈਗੇ ਆ, ਜਿਹੜੇ ਡਿਸੀਜ਼ ਦੇ ਮਾਹਿਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਹੁਣ USA ਦੇ ਵਿੱਚ ਅਪ ਟੂ 60,000 ਜਿਹੜੀਆਂ ਮੌਤਾਂ ਆ ਕਰੋਨਾ ਵਾਇਰਸ ਨਾਲ ਹੋ ਸਕਦੀਆਂ ਆ। ਇਹ ਜਿਹੜੇ ਪਹਿਲਾਂ ਫਿਗਰਸ ਹੈਗੇ ਆ ਉਹਨਾਂ ਵੱਲੋਂ ਹੀ ਜਿਹੜੇ ਕਈ ਮਾਡਲਸ ਜਿਹੜੇ ਤਿਆਰ ਹੋਏ ਸੀ ਉਹਦੇ ਵਿੱਚ ਦੱਸਿਆ ਗਿਆ ਸੀ ਵੀ 1 ਲੱਖ ਤੋਂ ਲੈ ਕੇ 2 ਲੱਖ ਤਾਈਂ USA 'ਚ ਮੌਤਾਂ ਹੋ ਸਕਦੀਆਂ ਆ। ਹੁਣ ਉਸ ਫਿਗਰਸ ਨੂੰ ਜਿਹੜਾ ਆ ਘਟਾ ਦਿੱਤਾ ਗਿਆ, ਅਤੇ ਨਾਲ ਦੀ ਨਾਲ ਇਹ ਵੀ ਉਹਨਾਂ ਨੇ ਇਹ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜਾ ਹੱਥ ਮਿਲਾਉਣਾ ਆ ਉਹ ਭੁੱਲ ਜਾਓ। ਜੀ ਜੀ ਬਿਲਕੁਲ, ਅਤੇ ਉੱਦਾਂ ਉਹਨਾਂ ਨੇ ਇੱਕ ਜਿਹੜੀ ਇਸ ਚੀਜ਼ ਦੇ ਵਿੱਚ ਹੋਰ ਕਹੀ ਹੈ ਵੀ ਸਮਰ ਤਾਈਂ ਆਪਾਂ ਕਹਿੰਦੇ ਵੀ ਸ਼ਾਇਦ ਨੋਰਮਲਾਈਜੇਸ਼ਨ ਦੇ ਵੱਲ ਨੂੰ ਜਿਹੜਾ ਉਹ ਵੱਧ ਸਕਦੇ ਹੈਗੇ ਆ, ਜਿਹੜਾ ਕਿ ਇੱਕ ਲੋਕ ਬੜੇ ਚਿਰ ਤੋਂ ਜਿਹੜੀ ਇੱਕ ਚੰਗੀ ਖਬਰਾਂ ਦੀ ਜਿਹੜੀ ਉਮੀਦ ਦੇ ਵਿੱਚ ਹੈਗੇ ਨੇ। ਸੋ ਹੋਪਫੁਲੀ ਜਲਦ ਜਿਹੜੀਆਂ ਇੱਦਾਂ ਦੀਆਂ ਆਪਾਂ ਨੂੰ ਚੀਜ਼ਾਂ ਉਹ ਸੁਣਨ ਨੂੰ ਮਿਲਣ। ਅਤੇ ਉੱਦਾਂ ਐਂਟੀਬੋਡੀ ਟੈਸਟ ਜਿਹੜੇ ਆ ਉਹ ਕਹਿੰਦੇ ਵੀ ਔਨ ਦਾ ਵੇ ਆ। ਸੋ ਕਾਫੀ ਕੁਛ ਚੱਲ ਰਿਹਾ ਹੈਗਾ, ਵੈਕਸੀਨੇਸ਼ਨ 'ਤੇ ਵੀ ਚੱਲ ਰਿਹਾ, ਦਵਾਈਆਂ ਵੀ ਜਰਮਨ ਵਾਲੇ ਵੀ ਟਰਾਈ ਕਰ ਰਹੇ, ਬਹੁਤ ਸਾਰੇ ਮੁਲਕ ਜਿਹੜੇ ਇਹਦੇ ਲੱਗੇ ਹੋ ਆ। ਸੋ ਲੱਗਦਾ ਵੀ ਕੁਛ ਮਹੀਨਿਆਂ ਦੇ ਅੰਦਰ ਅੰਦਰ ਜ਼ਰੂਰ ਕੋਈ ਨਾ ਕੋਈ ਰਿਜ਼ਲਟ ਲੱਭਿਆ ਜਾਊਗਾ। ਜੀ, ਇਸ ਕਰੋਨਾ ਵਾਇਰਸ ਦੇ ਵਿੱਚ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ ਵੀ ਕਹਿਰ ਜਿਹੜਾ ਉਹ ਢਿਆ ਆ। 11 ਜਿਹੜੇ ਭਾਰਤੀ ਨਾਗਰਿਕ ਕਿਹਾ ਜਾ ਰਿਹਾ ਵੀ ਉਹਨਾਂ ਦੀ ਇਸ ਦੇ ਵਿੱਚ ਮੌਤ ਹੋਈ। ਆਪਾਂ ਹੀ ਜਿਹੜੇ ਕਈ ਜਿਹੜੇ ਹੁਣ ਚਾਹੇ ਆਪਾਂ ਪੰਜਾਬ ਕਹੋ, ਅਤੇ ਕਿਉਂਕਿ ਉਹਨਾਂ ਨੇ ਉਹ ਆંકੜੇ ਦੇ ਵਿੱਚ ਮੁਲਕ ਜਿਹੜਾ ਉਹ ਇੰਡੀਆ ਹੀ ਜਿਹੜਾ ਉਹ ਦੱਸਣਾ ਆ। ਆਪਣੇ ਵੀ ਕਈ ਜਿਹੜੇ ਭਾਈਚਾਰੇ ਦੇ ਲੋਕ ਇਸ ਦੇ ਕਰਕੇ ਪੀੜਤ ਹੋਏ ਆ, ਅਤੇ ਅਕਾਲ ਚਲਾਣਾ ਵੀ ਜਿਹੜੇ ਕਰ ਗਏ ਨੇ, ਅਤੇ ਹੋਰ ਵੀ ਕਈ ਲੋਕ ਜਿਹੜੇ ਇਸ ਦੇ ਵਿੱਚ ਪੋਜ਼ੀਟਿਵ ਸਾਹਮਣੇ ਆਏ ਨੇ। ਸੋ ਇਹ ਸਾਰਿਆਂ ਦੇ ਉੱਤੇ ਹੀ ਜਿਹੜੇ ਇਸ ਨੇ ਅਸਰ ਆ ਉਹ ਕੀਤਾ ਹੈਗਾ। ਅਤੇ ਹਰਜੋਤ ਸਿੰਘ ਜੀ, ਆਪਾਂ ਆંકੜੇ ਜੇ ਥੋੜ੍ਹੇ ਜਿਹੇ ਦੱਸਦੇ ਜਾਈਏ ਤਾਂ ਇਹਨਾਂ ਆંકੜਿਆਂ ਦੇ ਵਿੱਚ ਇਸ ਟਾਈਮ ਕੁੱਲ ਜਿਹੜੇ ਆ ਉਹ ਵਿਸ਼ਵ ਦੇ ਵਿੱਚ ਸਿਚੁਏਸ਼ਨ ਜਿਹੜੀ ਉਹ ਬੈਡ ਹੀ ਆ। 92,597 ਲੋਕ ਜਿਹੜੇ ਹੁਣ ਤੱਕ ਜਿਹੜੇ ਉਹ ਮਾਰੇ ਜਾ ਚੁੱਕੇ ਆ। 15 ਜਿਹੜੇ ਲੱਖ ਲੋਕ ਨੇ ਇਸ ਟਾਈਮ, 15.5 ਲੱਖ ਲੋਕ ਜਿਹੜੇ ਆ ਇਸ ਦੀ ਲਪੇਟ ਦੇ ਵਿੱਚ ਹੈਗੇ ਨੇ। 3,44,000 ਤੋਂ ਵੱਧ ਲੋਕ ਜਿਹੜੇ ਉਹ ਰਿਕਵਰ ਵੀ ਜਿਹੜੇ ਕਰ ਗਏ ਨੇ। 23% ਓਵਰਆਲ ਕੇਸਾਂ ਦੇ ਹਿਸਾਬ ਦੇ ਨਾਲ ਰਿਕਵਰੀ ਜਿਹੜੀ ਆ ਉਹ ਦੇਖੀ ਗਈ ਆ। ਮੋਰਟੈਲਿਟੀ ਰੇਟ, ਫਰਟੈਲਿਟੀ ਰੇਟ ਜਿੰਨੇ ਹੁਣ ਤੱਕ ਕਲੋਜ਼ਡ ਕੇਸ ਹੋਏ ਆ ਉਹਨਾਂ ਦੇ ਵਿੱਚੋਂ 6% ਜਿਹੜੀ ਉਹ ਦੇਖਣ ਨੂੰ ਮਿਲੀ ਆ। ਅਮਰੀਕਾ ਦੇ ਵਿੱਚ ਆਲਰੇਡੀ ਹੀ ਜਿਹੜੀਆਂ ਖਬਰਾਂ ਆ ਉਹ ਚੰਗੀਆਂ ਨਹੀਂ ਆ ਰਹੀਆਂ। ਹੁਣ ਜਦੋਂ ਆਪਾਂ ਤੁਹਾਨੂੰ ਖਬਰਾਂ ਦੱਸ ਰਹੇ ਹਾਂ ਅਤੇ ਇਸ ਦੇ ਵਿੱਚ ਕੱਲ੍ਹ ਦੇ ਨਾਲੋਂ ਹੁਣ ਤੱਕ ਆਲਰੇਡੀ 1,000 ਹੋਰ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ। ਅਮਰੀਕਾ ਦੇ ਵਿੱਚ 16,000 ਦਾ ਆંકੜਾ ਜਿਸ ਰਫਤਾਰ ਦੇ ਨਾਲ ਇਹ ਮੌਤਾਂ ਦੀ ਸੰਖਿਆ ਵੱਧ ਰਹੀ ਆ, ਉਹ ਅੱਜ ਜਿਹੜਾ ਉਹ ਲੱਗਦਾ ਉਹ ਪਾਰ ਹੋ ਜਾਣਾ ਆ। ਸੋ ਕੁੱਲ ਅਮਰੀਕਾ ਦੇ ਵਿੱਚ 4,40,000 ਕੇਸ ਜਿਹੜੇ ਉਹ ਹੈਗੇ ਨੇ, ਪੋਜ਼ੀਟਿਵ ਕੇਸ ਨੇ। 5,000 ਤੋਂ ਵੱਧ ਨਵੇਂ ਕੇਸਾਂ ਦੇ ਬਾਰੇ ਜਿਹੜਾ ਉਹ ਦੱਸਿਆ ਗਿਆ ਆ, ਅਤੇ 6700 ਤੋਂ ਵੱਧ ਲੋਕ ਜਿਹੜੇ ਇਸ ਟਾਈਮ ਗੰਭੀਰ ਦੱਸੇ ਜਾ ਰਹੇ ਨੇ। ਸਪੇਨ ਦੇ ਵਿੱਚ ਵੀ ਜਿਹੜੇ ਕੱਲ੍ਹ 446 ਜਿਹੜੀਆਂ ਨਵੀਆਂ ਮੌਤਾਂ ਦੀ ਜਿਹੜੀ ਰਿਪੋਰਟ ਆ ਉਹ ਆਈ ਆ। ਇਟਲੀ ਦੇ ਵਿੱਚ ਜਿਹੜੇ 610 ਹੋਰ ਲੋਕ ਜਿਹੜੇ ਉਹ ਮਾਰੇ ਗਏ ਨੇ। ਉੱਥੇ 18,000 ਨੂੰ ਆંકੜਾ ਜਿਹੜਾ ਉਹ ਪਾਰ ਕਰ ਗਿਆ ਇਟਲੀ ਦੇ ਵਿੱਚ। ਸਪੇਨ ਦੇ ਵਿੱਚ ਵੀ 15,000 ਅਤੇ 232 ਲੋਕ ਜਿਹੜੇ ਆ ਹੁਣ ਤੱਕ ਮਾਰੇ ਜਾ ਚੁੱਕੇ ਆ। ਅਮਰੀਕਾ ਨੇ ਸਪੇਨ ਨੂੰ ਇਹਨਾਂ ਜਿਹੜੇ ਕਹਿ ਲਓ ਵੀ ਦਰਦਮਈ ਆંકੜੇ ਦੇ ਵਿੱਚ ਉਸ ਨੂੰ ਪਾਰ ਕਰ ਲਿਆ ਹੈਗਾ, ਪਾਰ ਉੱਥੇ ਕਰ ਗਏ ਆ। ਅਤੇ ਫਰਾਂਸ ਦੇ ਵਿੱਚ ਵੀ 10,000 ਦਾ ਆંકੜਾ ਉਹ ਪਾਰ ਕਰ ਗਏ ਆ। ਅਤੇ ਕੱਲ੍ਹ ਜਰਮਨੀ ਦੇ ਵਿੱਚ ਹਰਜੋਤ ਸਿੰਘ ਜੀ 100 ਲੋਕਾਂ ਦੀ 106 ਲੋਕਾਂ ਦੀ ਮੌਤ ਦੀ ਖਬਰ ਉੱਥੇ ਉਹ ਆਈ ਹੈਗੀ ਆ। ਸੋ ਬਿਲਕੁਲ ਜੀ, US ਨੂੰ ਸਮ ਅਪ ਕਰਦੇ ਜਾਈਏ, ਪਿਛਲੇ ਘੰਟਿਆਂ ਦੇ ਵਿੱਚ 5645 ਨਵੇਂ ਕੇਸ ਆਏ ਹੈਗੇ ਆ। 1,031 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਨਿਊਯਾਰਕ ਦੇ ਵਿੱਚ 799 ਲੋਕਾਂ ਦੀ ਮੌਤ ਹੋਈ ਆ, ਹਾਈਐਸਟ ਨੰਬਰ ਹੈਗਾ ਕਹਿੰਦੇ ਪਈ ਹੁਣ ਤੱਕ ਦਾ। ਅਤੇ 18,279 ਲੋਕ ਹੌਸਪੀਟਲਾਈਜ਼ ਹੋਏ ਹੈਗੇ ਆ।
ਤੇ 200 ਨੈਟ ਇਨਕਰੀਜ਼ ਹੋਇਆ ਉਹ ਤੋਂ ਪਿਛਲੇ ਦਿਨ ਤੋਂ। ਪਰ ਕਹਿੰਦੇ ਵੀ ਜੇ ਦੇਖਿਆ ਜਾਵੇ ICU ਦੇ ਵਿੱਚ ਐਡਮਿਸ਼ਨ ਲੋਐਸਟ ਹੈਗਾ ਸਿੰਸ ਮਾਰਚ 19 ਤੋਂ। ਜੀ ਸੋ ਨਵੇਂ ਜਿਹੜੇ ਪੇਸ਼ੈਂਟ ਆਣੇ ਜਿਹੜੇ ਆ ਉਹ ਘਟੇ ਜ਼ਰੂਰ ਆ, ਪਰ ਮੌਤਾਂ ਦੀ ਗਿਣਤੀ ਜਿਹੜੀ ਕਾਫੀ ਵਧੀ ਹੈਗੀ ਜੀ ਬਿਲਕੁਲ। ਜਿਹੜੇ ਆਲਰੇਡੀ ਕਾਫੀ ਬਿਮਾਰ ਸੀ, ਜਿਨ੍ਹਾਂ ਨੂੰ ਗੰਭੀਰ ਬਿਮਾਰੀਆਂ ਪਹਿਲਾਂ ਵੀ ਸੀਗੀਆਂ, ਉਹ ਇਸ ਦੀ ਜਿਹੜੀ ਲਪੇਟ ਦੇ ਵਿੱਚ ਆਏ ਨੇ, ਉਹਨਾਂ ਦੇ ਕਰਕੇ ਜਿਹੜੀਆਂ ਮੌਤਾਂ ਹੋ ਰਹੀਆਂ ਉਹ ਵੀ ਇੱਕ ਕਾਫੀ ਜਿਹੜੀ ਸਿਚੁਏਸ਼ਨ ਆ ਉਹ ਬੈਡ ਕਰ ਰਹੀ ਹੈਗੀ ਆ। ਜੀ ਬਿਲਕੁਲ। ਸੋ ਇੱਕ ਰਿਪੋਰਟ ਆ ਰਹੀ ਸੀ ਵੀ ਜਿਹੜੇ ਲੋਕ ਵੈਂਟੀਲੇਟਰ 'ਤੇ ਚੱਲ ਜਾਂਦੇ ਆ 80% ਤੱਕ ਜਿਹੜੇ ਉਹਨਾਂ ਦੀ ਕਈਆਂ ਦੀ ਡੈਥ ਹੋ ਰਹੀ ਹੈਗੀ ਜੀ ਬਿਲਕੁਲ। ਇਹਦੇ ਵਿੱਚ ਇਹ ਵੀ ਹੈ ਨਾ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ ਵੀ ਜਿਨ੍ਹਾਂ ਨੂੰ ਆਲਰੇਡੀ ਕਈ ਹੋਰ ਗੰਭੀਰ ਬਿਮਾਰੀਆਂ ਹੈਗੀਆਂ ਆ, ਉਹਨਾਂ ਦੇ ਉੱਤੇ ਜ਼ਿਆਦਾ ਭੈੜਾ ਅਸਰ ਕਰਦਾ ਆ। ਉੱਦਾਂ ਮੈਜੋਰਟੀ ਲੋਕ ਘਰਾਂ ਦੇ ਵਿੱਚ ਹੀ ਆਪਣੇ ਆਪ ਠੀਕ ਹੋ ਜਾਂਦੇ ਨੇ। ਆਪਾਂ ਕੱਲ੍ਹ ਵੀ ਦੱਸਿਆ ਸੀ, ਸਟੈਨਫੋਰਡ ਦੇ ਦੁਆਰਾ ਇੱਕ ਨਵਾਂ ਇੱਥੇ ਹੁਣ ਪ੍ਰਯੋਗ ਜਿਹੜਾ ਉਹ ਕੀਤਾ ਜਾ ਰਿਹਾ ਆ, ਜਿਸ ਦੇ ਵਿੱਚ 3000 ਤੋਂ ਵੱਧ ਲੋਕਾਂ ਦਾ ਐਂਟੀਬਾਡੀ ਟੈਸਟ ਕੀਤਾ ਜਾਊਗਾ, ਅਤੇ ਉਹ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਵੀ ਕੈਲੀਫੋਰਨੀਆ ਦੇ ਵਿੱਚ ਘੱਟ ਕੇਸ ਹੋਣ ਦੇ ਪਿੱਛੇ ਕੀ ਕਾਰਨ ਜਿਹੜਾ ਉਹ ਹੋ ਸਕਦਾ ਆ। ਨਿਊਯਾਰਕ ਦੇ ਜਾਂ ਮੁਲਕ ਦੇ ਹੋਰ ਸੂਬਿਆਂ ਦੇ ਮੁਕਾਬਲੇ ਉਹਨਾਂ ਦਾ ਇਹ ਖਦਸ਼ਾ ਹੈਗਾ ਆ, ਇਹ ਹਾਈਪੋਥੇਸਿਸ ਹੈਗਾ ਆ ਵੀ ਸ਼ਾਇਦ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ COVID-19 ਪਹਿਲੋਂ ਆ ਗਿਆ ਸੀ, ਜਿਸ ਕਰਕੇ ਉਹ ਇੰਨਾ ਜ਼ਿਆਦਾ ਉਦੋਂ ਫੈਲਿਆ ਨਹੀਂ ਅਤੇ ਹਰਡ ਇਮਿਊਨਿਟੀ ਜਿਹੜੀ ਇੱਥੇ ਬਣ ਗਈ ਹੋਵੇ। ਸੋ ਇਹ ਇੱਕ ਪ੍ਰਯੋਗ ਆ, ਇਹ ਇੱਕ ਉਹਨਾਂ ਨੇ ਜਿਹੜਾ ਉਹ ਟੈਸਟ ਕਰਨਾ ਆ। ਪਰ ਆਈ ਥਿੰਕ ਇੱਕ ਇਸ ਦੇ ਵਿੱਚ ਵੱਡਾ ਕਾਰਨ ਇਹ ਵੀ ਆ ਵੀ ਲੋਕਾਂ ਨੇ ਜਿਹੜਾ ਸ਼ੈਲਟਰ ਇਨ ਪਲੇਸ ਆ, ਬਹੁਤੇ ਲੋਕਾਂ ਨੇ, ਕੁਛ ਲੋਕ ਤਾਂ ਜਿਹੜੇ ਮੂਰਖ ਸ਼ਦਾਈ ਜਿਹੜੇ ਉਹ ਹੈਗੇ ਹੀ ਆ, ਜਿਹੜੀਆਂ ਚੀਜ਼ਾਂ ਨੂੰ ਨਹੀਂ ਜਿਹੜੇ ਉਹ ਮੰਨ ਰਹੇ, ਅਜੇ ਵੀ ਕਹਿੰਦੇ ਆ ਵੀ ਖੋਲ੍ਹ ਦਿਓ ਜੀ, ਸਾਰਾ ਕੁਝ ਦੇਖੀ ਜਾਊਗੀ, ਜੋ ਹੋਊਗਾ ਮਰਦੇ ਮਰ ਜਾਓ, ਇਸ ਹਿਸਾਬ ਦੇ ਨਾਲ ਵੀ ਕਈ ਲੋਕ ਜਿਹੜੇ ਉਹ ਸੋਚ ਰਹੇ ਨੇ। ਪਰ ਇਹ ਆ ਵੀ ਮੈਜੋਰਟੀ ਲੋਕਾਂ ਨੇ ਸ਼ੈਲਟਰ ਇਨ ਪਲੇਸ ਨੂੰ ਗੰਭੀਰਤਾ ਦੇ ਨਾਲ ਲਿਆ, ਘਰਾਂ ਦੇ ਵਿੱਚ ਜਿਹੜੇ ਉਹ ਰਹੇ, ਨਾਨ ਅਸੈਂਸ਼ੀਅਲ ਬਿਜ਼ਨਸ ਜਿਹੜੇ ਉਹ ਬੰਦ ਰਹੇ, ਜਿਸ ਕਰਕੇ ਜਿਹੜਾ ਕਿਤੇ ਨਾ ਕਿਤੇ ਇਸ ਦਾ ਜਿਹੜਾ ਗਰੋਥ ਸੀ ਕਰੋਨਾ ਵਾਇਰਸ ਜਿਹੜਾ ਫੈਲਿਆ ਘੱਟ ਹੈਗਾ ਆ। ਜੀ ਸੋ ਬਿਲਕੁਲ। ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ ਹੈ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ ਹੈ। ਟਰੱਕਿੰਗ ਦੇ ਨਾਲ ਵੀ ਆਪਣੇ ਰਮਨ ਸਿੰਘ ਢਿੱਲੋਂ ਜੀ ਸਾਡੇ ਨਾਲ ਜੁੜਨਗੇ, ਅਤੇ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਰਾਜਕਨਵੀਰ ਸਿੰਘ ਜੀ, ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਦੇ ਹਾਂ ਅਤੇ ਟਰੱਕਿੰਗ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਕੁਛ ਉਹ ਵੀ ਸਾਂਝੀਆਂ ਕਰਾਂਗੇ। ਸੋ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916-622-2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ, 729 ਸਨਰਾਈਜ਼ ਐਵੀਨਿਊ, ਸਵੀਟ 200, ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ। ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ
ਸਪੌਟਸ, ਸਪਾਈਡਰ ਵਿੰਗਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖੜ MD 9166889994 8191 Timberlake Way Suite 350 ਅਤੇ 400 Sacramento। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry Elk Grove। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਹੁਣ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਰਮਨ ਜੀ, ਟਰੱਕਿੰਗ ਦੇ ਉੱਤੇ ਕਰੋਨਾ ਵਾਇਰਸ ਦਾ ਅਸਰ ਕਿੱਦਾਂ ਦਾ ਹੈ? ਆਪਾਂ ਅਕਸਰ ਪਿਛਲੇ ਕਈ ਵੀਕਸ ਤੋਂ ਜਿਹੜੇ ਇਸ ਦੇ ਉੱਤੇ ਚਰਚਾ ਜਿਹੜੀ ਉਹ ਕਰ ਰਹੇ ਹੈਗੇ ਆ। FMCSA ਨੇ ਵੀ ਐਮਰਜੈਂਸੀ ਡਿਕਲੇਅਰ ਕੀਤੀ ਸੀ। HOS ਦੇ ਕਈ ਜਿਹੜੀਆਂ ਲੋਡਸ ਆ ਉਹਨਾਂ ਦੇ ਲਈ ਉਹਨਾਂ ਨੇ ਬੰਦਸ਼ਾਂ ਜਿਹੜੀਆਂ ਉਹ ਹਟਾ ਦਿੱਤੀਆਂ ਸੀਗੀਆਂ। ਸੋ FMCSA ਨੇ ਜਿਹੜੀ ਅਜਿਹੀ ਕੋਈ ਡੈਡਲਾਈਨ ਆ ਉਸ ਦੇ ਵਿੱਚ ਕੋਈ ਵਾਧਾ ਘਾਟਾ ਕੀਤਾ ਹੈ? ਕੁਛ ਹੈ ਉਹਨਾਂ ਦੇ ਵੱਲੋਂ ਅਪਡੇਟ ਜੀ? ਜੀ ਬਿਲਕੁਲ, FMCSA ਨੇ ਜਿਹੜੀ ਐਮਰਜੈਂਸੀ ਡਿਕਲੇਰੇਸ਼ਨ ਕੀਤੀ ਸੀਗੀ ਉਹ ਮਈ 15 ਤੱਕ ਵਧਾ ਦਿੱਤੀ ਹੈ ਹੁਣ। ਸੋ ਜਿਹੜੀ ਆਵਰਸ ਆਫ ਸਰਵਿਸ ਰਿਲੀਫ ਹੈਗੀ ਆ ਜਾਂ ਐਮਰਜੈਂਸੀ ਦੇ ਵਿੱਚ ਜਿਹੜਾ ਵੀ ਕੰਮ ਐਜ਼ ਇਜ਼ ਹੋ ਰਹੇ ਸੀ ਉਹ ਮਈ 15 ਤੱਕ ਐਕਸਟੈਂਡ ਕਰ ਦਿੱਤੇ ਗਏ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ, ਬਾਕੀ ਤੁਸੀਂ ਆਪਾਂ ਗੱਲ ਕੀਤੀ ਹੈ ਕਿ ਕੀ ਆਪਣੀ ਟਰੱਕਿੰਗ ਇੰਡਸਟਰੀ ਤੇ ਜਿਹੜਾ ਫਰਕ ਪਿਆ ਹੈਗਾ, ਇਸ ਵੇਲੇ ਬਹੁਤ ਇੰਟੈਂਸਿਵ ਫਰਕ ਪਿਆ ਹੈਗਾ ਟਰੱਕਿੰਗ ਇੰਡਸਟਰੀ ਤੇ, ਕਿਉਂਕਿ ਲੋਡਸ ਜਿਹੜੇ ਆ ਬਹੁਤ ਜ਼ਿਆਦਾ ਘੱਟ ਗਏ ਹੈਗੇ ਆ। ਕਿਉਂਕਿ ਬਹੁਤ ਇੰਡਸਟਰੀਆਂ ਜਿਹੜੀਆਂ ਇਸ ਵੇਲੇ ਆ ਉਹ ਠੱਪ ਪਈਆਂ ਆ, ਚਾਹੇ ਉਹ ਤੁਸੀਂ ਮੈਨੂਫੈਕਚਰਿੰਗ, ਕਾਰ ਮੈਨੂਫੈਕਚਰਿੰਗ ਲੈ ਲਓ, ਚਾਹੇ ਤੁਸੀਂ ਕੰਸਟਰਕਸ਼ਨ ਲੈ ਲਓ ਜਾਂ ਕੁਛ ਵੀ ਲੈ ਲਓ, ਪ੍ਰੀਟੀ ਮੱਚ ਇਸ ਵੇਲੇ ਸਾਰਾ ਕੁਛ ਸ਼ਟ ਡਾਊਨ ਹੋਇਆ ਪਿਆ। ਸੋ ਉਹ ਜਿੰਨੇ ਵੀ ਲੋਡ ਹੈਗੇ ਆ ਇਸ ਵੇਲੇ ਉਹ ਸਿਰਫ ਤੇ ਸਿਰਫ ਇੱਕ ਕਹਿ ਲਓ ਪ੍ਰੋਡਿਊਸ ਜਾਂ ਗਰੋਸਰੀਜ਼ ਜਾਂ ਜਿਹੜੀ ਐਮਰਜੈਂਸੀ ਸਪਲਾਈ ਆ ਉਹਦੇ ਹੀ ਲੋਡ ਜਿਹੜੇ ਆ ਜ਼ਿਆਦਾਤਰ ਬਾਹਰ ਜਾ ਰਹੇ ਆ। ਬਾਕੀ ਬਹੁਤ ਜਿਹੜੀ ਮਾਰਕੀਟ ਹੈਗੀ ਆ ਡਾਊਨ ਹੈਗੀ ਆ। ਸੋ ਟਰੱਕਿੰਗ ਦੇ ਉੱਤੇ ਡੈਫੀਨੇਟਲੀ ਬੜਾ ਮਤਲਬ ਕਿ ਬੜਾ ਇਫੈਕਟ, ਬਹੁਤ ਬੁਰੇ ਹਾਲ ਆ ਜੀ।
ਜੀ ਬਿਲਕੁਲ। ਸੋ ਵਿੱਚ ਜੇ ਜਿੱਦਾਂ ਆਪਾਂ ਨੂੰ ਰਮਨ ਜੀ ਇਹ ਵੀ ਖਬਰਾਂ ਸੀਗੀਆਂ ਜਾਂ ਇਹ ਸਾਰੀਆਂ ਚਰਚਾਵਾਂ ਸੀਗੀਆਂ ਵੀ ਚਲੋ ਜੇ ਲੋਕ ਓਵਰਆਲ ਘਟੇ ਨੇ ਤੇ ਕਈਆਂ ਦੇ ਜਿਹੜੇ ਲੋਡ ਵਗੈਰਾ ਦੇ ਪ੍ਰਾਈਸਿਸ ਵੀ ਜਿਹੜੇ ਵਧੇ ਸੀ, ਪਰ ਉਹ ਮੈਨੂੰ ਲੱਗਦਾ ਵੀ ਉਹ ਹੁਣ ਪੀਕ ਲੰਘ ਗਈ ਹੈ। ਨਹੀਂ, ਲੋਡਾਂ ਦੇ ਪ੍ਰਾਈਸ ਜੇ ਕਹੀਏ ਵੀ ਆਪਾਂ ਸੋਚਿਆ ਸੀਗਾ ਕਿ ਲੋਡਾਂ ਦੇ ਪ੍ਰਾਈਸ ਜਿਹੜੇ ਆ ਉਹ ਵਧਣਗੇ ਜਾਂ ਲੋਡਾਂ ਦੇ ਪ੍ਰਾਈਸ ਜਿਹੜੇ ਆ ਉਹ ਅਪ ਜਾਣਗੇ, ਬਟ ਇੰਨਾ ਕੋਈ ਅਸਰ ਹੋਇਆ ਨਹੀਂ ਲੱਗਦਾ, ਕਿਉਂਕਿ ਪ੍ਰੋਬਲਮ ਇਹ ਰਹਿ ਗਈ ਕਿ ਲੋਡ ਘੱਟ ਬਹੁਤ ਗਏ। ਜੇ ਤਾਂ ਲੋਡ ਦਾ ਜਿਹੜਾ ਆ ਉਹ ਜ਼ੋਰ ਰਹਿੰਦਾ ਜਾਂ ਉਦਾਂ ਹੀ ਕੰਮ ਚੱਲਦਾ ਹੁੰਦਾ ਸਾਰਾ, ਕਿਉਂਕਿ ਹੁਣ ਇਹ ਦੇਖੋ ਨਾ ਵੀ ਜਿਹੜੇ ਟਰੱਕ ਹੁਣ ਦੂਜੇ ਲੋਡ ਕਰਦੇ ਸੀਗੇ, ਦੂਜਾ ਕੰਮ ਕਰਦੇ ਸੀਗੇ, ਚਾਹੇ ਉਹ ਕੰਟੇਨਰ ਵਰਕ ਆ, ਉਹ 'ਚ ਬਹੁਤ ਜ਼ਿਆਦਾ ਲੇ ਆਫ ਹੋ ਗਈ, ਬਹੁਤ ਜ਼ਿਆਦਾ ਕੰਮ ਘੱਟ ਗਿਆ। ਜਿਹੜੇ ਦੂਜੇ ਕੰਸਟਰਕਸ਼ਨ ਲੋਡ ਸੀਗੇ, ਕਾਰਾਂ ਦੇ ਪਾਰਟ ਸੀਗੇ, ਸੋ ਉਹ ਸਾਰੇ ਟਰੱਕ ਵਿਹਲੇ ਹੋ ਗਏ। ਸੋ ਇਸ ਕਰਕੇ ਉਹ ਜਿਹੜਾ ਉਛਾਲ ਕਹਿ ਲਓ ਜਾਂ ਜਿਹੜੀ ਡਿਮਾਂਡ ਪ੍ਰੋਡਿਊਸ ਦੇ ਵਿੱਚ, ਗਰੋਸਰੀਜ਼ ਦੇ ਵਿੱਚ ਜਿਹੜੀ ਵਧੀ ਸੀ, ਉਹਦੇ ਲਈ ਜਿਹੜੀ ਆ ਦੂਜੇ ਬੰਨੇ ਜਿਹੜੀ ਟਰੱਕਸ ਹੈਗੇ ਆ, ਜਿਹੜੀ ਕਪੈਸਿਟੀ ਹੈਗੀ ਆ, ਉਹ ਬਹੁਤ ਜ਼ਿਆਦਾ ਵੱਧ ਗਈ। ਸੋ ਲਿਟਰਲੀ ਜਿਹੜਾ ਲੋਡਾਂ ਦੇ ਉੱਤੇ ਹੈਗਾ ਆ, ਲੋਡਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਨਹੀਂ ਪਿਆ ਬਿਲਕੁਲ ਵੀ। ਜਿਹੜੇ ਰੇਟਸ ਹੈਗੇ ਹਜੇ ਵੀ ਕਈ ਵਾਰੀ ਮੈਂ ਰੇਟਸ ਦੇਖਦਾ ਹੁੰਦਾ, ਗਰੁੱਪਸ ਕਈਆਂ ਦੇ ਵਿੱਚ ਰੇਟਸ ਪੋਸਟ ਹੁੰਦੇ ਆ, ਤੇ ਬਿਲਕੁਲ ਉਹ ਏਦਾਂ ਲੱਗਦਾ ਵੀ ਮਤਲਬ ਨੋਰਮਲ ਨਾਲੋਂ ਵੀ ਮਾੜੇ ਲੋਡ ਮਤਲਬ ਰੇਟਸ ਚੱਲ ਰਹੇ ਆ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਰਮਨ ਜੀ। ਜਿਹੜਾ ਕਹਿੰਦੇ ਪਈ ਟਰੱਕਰਸ ਦੀ ਇੱਕ ਐਸੋਸੀਏਸ਼ਨ ਤੇ ਨਾਲ ਜਿਹੜੇ ਫਰੈਂਚਾਈਜ਼ੀ ਆ ਫੂਡ ਵਾਲੇ, ਖਾਸ ਕਰਕੇ ਮੈਕਡੋਨਲਡ ਜਾਂ ਇੱਦਾਂ ਦੇ, ਉਹਨਾਂ ਨੇ ਇੱਕ ਕਹਿੰਦੇ ਵੀ ਆਪਣੇ ਦੇ ਵਿੱਚ ਪਾਰਟਨਰਸ਼ਿਪ ਕੀਤੀ ਹੈਗੀ ਆ ਵੀ ਜਿਹੜੇ ਖਾਸ ਕਰਕੇ ਮੈਡੀਕਲ ਸਪਲਾਈਜ਼, ਫੂਡ ਜਾਂ ਕੁਛ ਵੀ ਜਿਹੜੇ ਡਿਲੀਵਰ ਕਰਦੇ ਆ ਟਰੱਕਰਸ, ਉਹਨਾਂ ਦੇ ਲਈ ਜਿਹੜੀਆਂ ਇਹ ਵੱਡੀਆਂ ਫਰੈਂਚਾਈਜ਼ੀ ਹੈਗੀਆਂ ਆ, ਉਹਨਾਂ ਨੂੰ ਜਿੱਦਾਂ ਵਾਕ ਇਨ 'ਤੇ ਵੀ ਜਿਹੜਾ ਆ ਫੂਡ ਸਰਵ ਕਰਨਗੀਆਂ, ਕਿਉਂਕਿ ਹੁਣ ਕੀ ਆ ਟੇਕ ਆਊਟ ਹੀ ਹੈਗਾ, ਅੰਦਰ ਜਾ ਨਹੀਂ ਸਕਦੇ ਹੈਗੇ ਜੀ। ਉਹ ਵੀ ਹੈਗਾ ਜੀ। ਇੱਕ ਦੂਸਰਾ ਹੋਰ ਇੱਕ ਬੜੀ ਜਿਹੜੀ ਇੰਟਰਸਟਿੰਗ ਜਿਹੜੀ ਚੀਜ਼ ਵਿੱਚ ਚੱਲ ਰਹੀ ਹੈਗੀ ਆ ਕਿ ਜਦੋਂ ਰੈਸਟ ਏਰੀਆਜ਼ ਬਲਾਕ ਹੋਏ ਸੀਗੇ, ਬੰਦ ਹੋਏ ਸੀਗੇ, ਤੇ ਉਹ ਕਾਫੀ FMCSA ਨੇ ਜ਼ੋਰ ਪਾ ਕੇ ਉਦੋਂ ਜਿਹੜੇ ਆ ਉਸ ਰੈਸਟ ਏਰੀਆਜ਼ ਜਿਹੜੇ ਆ ਉਹ ਖੁਲਵਾਏ ਦੁਬਾਰਾ, ਤੇ ਫਿਰ ਜਿਹੜੇ ਨੈਸ਼ਨਲ ਹਾਈਵੇ ਸੇਫਟੀ ਵਾਲੇ ਆ ਉਹਨਾਂ ਨੇ ਅਲਾਓ ਕੀਤਾ ਸੀਗਾ ਜਿਹੜੇ ਫੂਡ ਟਰੱਕਸ ਹੈਗੇ ਆ ਕਿ ਉਹ ਰੈਸਟ ਏਰੀਆ 'ਚ ਜਾ ਕੇ ਟਰੱਕਰ ਨੂੰ ਸਰਵ ਕਰ ਸਕਦੇ ਆ। ਅੱਗੇ ਉਹ ਬਲਾਕ ਸੀਗਾ, ਨਹੀਂ ਕਰ ਸਕਦੇ ਸੀਗੇ। ਸੋ ਇਹ ਜਿਹੜੀ ਖੁੱਲ੍ਹ ਦਿੱਤੀ ਗਈ ਆ ਫੂਡ ਟਰੱਕਸ ਨੂੰ, ਉਹਦੇ ਉੱਤੇ ਜਿਹੜੀ ਨੈਟਸੋ ਹੈਗੀ ਆ, ਨੈਸ਼ਨਲ ਐਸੋਸੀਏਸ਼ਨ ਆਫ ਟਰੱਕ ਸਟਾਫਸ ਓਨਰ, ਠੀਕ ਹੈ ਜੀ, ਇਹਨਾਂ ਨੇ ਉਸ ਦੇ ਉੱਤੇ ਕਾਰਵਾਈ ਸ਼ੁਰੂ ਕਰਤੀ ਆ ਉਹਨਾਂ ਨੂੰ ਬਲੌਕ ਕਰਨ ਦੀ ਕਿ ਜਿਹੜੇ ਫੂਡ ਟਰੱਕ ਆ ਉਹ ਰੈਸਟ ਏਰੀਆ ਦੇ ਵਿੱਚ ਨਾ ਖੜੇ ਹੋਣ, ਨਾ ਜਾਣ। ਸੋ ਉਹਨਾਂ ਨੇ ਆਪਣੀ ਜਿਹੜੀ ਫੈਡਰਲ ਹਾਈਵੇ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਸਸਪੈਂਡ ਕੀਤਾ ਐਨਫੋਰਸਮੈਂਟ ਕਿ ਜੇ ਫੂਡ ਟਰੱਕ ਜਾ ਕੇ ਰੈਸਟ ਏਰੀਆ 'ਚ ਸਰਵ ਕਰਦਾ ਟਰੱਕਰ ਨੂੰ, ਤੇ ਉਹਨਾਂ ਨੇ ਉੱਤੇ ਐਨਫੋਰਸਮੈਂਟ ਬੰਦ ਕਰਤੀ ਸੀਗੀ, ਸਸਪੈਂਡ ਕਰਤੀ ਸੀ। ਪਰ ਜਿਹੜੀ ਇਹ ਨੈਟਸੋ ਹੈਗੀ ਆ, ਜਿਹੜੀ ਐਸੋਸੀਏਸ਼ਨ ਹੈਗੀ ਆ, ਜਿਹੜੇ ਟਰੱਕ ਆਪਣੇ ਟਰੱਕ ਸਟਾਫ ਆਪਰੇਟਰ ਹੈਗੇ ਸਾਰੇ ਵੱਡੇ ਛੋਟੇ ਜਿਹੜੇ ਵੀ ਇਹਦੇ ਮੈਂਬਰ ਹੈਗੇ ਆ, ਉਹਨਾਂ ਨੇ ਇਹ ਕਾਰਵਾਈ ਸ਼ੁਰੂ ਕਰਤੀ ਹੈ ਕਿ ਆਪਣੇ ਆਪਣੇ ਸਟੇਟ ਦੇ ਗਵਰਨਰ ਨੂੰ ਕਾਲ ਕਰਕੇ ਕਿ ਇਸ ਚੀਜ਼ ਨੂੰ ਬੰਦ ਕੀਤਾ ਜਾਵੇ, ਕਿਉਂਕਿ ਇਹ ਚੀਜ਼ ਜਿਹੜੀ ਆ ਇਹ ਸਾਡੇ ਬਿਜ਼ਨਸ ਤੇ ਫਰਕ ਕਰਦੀ ਆ। ਇਹ ਮੈਂ ਤਾਂ ਕਰਕੇ ਨਿਊਜ਼ ਸਾਂਝੀ ਕਰ ਰਿਹਾ ਕਿ ਇਸ ਵੇਲੇ ਦੇਖੋ ਕਿ ਸਿਚੁਏਸ਼ਨ ਇਸ ਵੇਲੇ ਕੀ ਚੱਲ ਰਹੀ ਹੈ, ਔਰ ਬੈਕ ਐਂਡ ਦੇ ਉੱਤੇ ਇਹ ਫਾਈਟ ਹੋ ਰਹੀ ਆ ਕਿ ਜਿਹੜਾ ਮੇਰਾ ਫੂਡ ਦਾ ਕਸਟਮਰ, ਮਤਲਬ ਕਿ ਕਿੰਨੀ ਸਟੋਰਾਂ ਦੀ ਸਾਨੂੰ ਕੰਪਲੇਂਟ ਆ ਰਹੀ ਹੈ ਕਿ ਇੱਕ ਸਟੋਰ ਜਾਂ ਤਾਂ ਖੁੱਲ੍ਹੇ ਨਹੀਂ ਹੁੰਦੇ ਜਾਂ ਸਰਵ ਨਹੀਂ ਕਰਦੇ ਜਾਂ ਉਹ ਬਹੁਤ ਲੋ ਸਟਾਫ ਤੇ ਹੈਗੇ ਆ। ਤੇ ਇਸ ਸਮੇਂ ਇਸ ਮੌਕੇ ਦੇ ਉੱਤੇ ਜਿਹੜੀਆਂ ਨੈਸ਼ਨਲ ਚੇਨਸ ਹੈਗੀਆਂ ਟਰੱਕ ਸਟਾਪਾਂ ਦੀਆਂ, ਮਤਲਬ ਇੱਕ ਫੂਡ ਟਰੱਕ ਵਾਲਾ ਕਿੰਨਾ ਕੁ ਬਿਜ਼ਨਸ ਲੈ ਜਾਊਗਾ ਤੁਹਾਡਾ, ਕਿੰਨਾ ਕੁ ਕੰਮ ਲੈ ਜਾਊਗਾ। ਬਟ ਜੇ ਇੱਕ ਐਸੇ ਮਤਲਬ ਕਿ ਮੌਕੇ ਤੇ ਜੇ ਇੱਕ ਟਰੱਕਰ ਨੂੰ ਇੱਕ ਹਾਰਟ ਫੂਡ ਦੀ ਪਲੇਟ ਮਿਲ ਜਾਂਦੀ ਆ ਜਾਂ ਉਹਨੂੰ ਰੈਸਟ ਏਰੀਆ ਦੇ ਵਿੱਚ ਸਰਵਿਸ ਮਿਲ ਜਾਂਦੀ ਆ, ਤੇ ਇਹਦੇ 'ਚ ਕੀ ਗਲਤ ਗੱਲ ਆ, ਠੀਕ ਹੈ ਨਾ। ਹੁਣ ਦੇਖੋ ਆਪਾਂ ਪੰਜਾਬ ਦੇ ਵਿੱਚ ਵੀ ਪੰਜਾਬ ਨਹੀਂ, ਇੰਡੀਆ ਦੇ ਵਿੱਚ ਵੀ ਐਕਚੁਅਲੀ ਆਪਾਂ ਨੂੰ ਕਈ ਵੀਡੀਓਜ਼ ਆ ਰਹੀਆਂ ਜਿਹੜੇ ਉੱਥੇ ਟਰੱਕਰ ਇੰਨੇ ਸਟੱਕ ਹੈਗੇ ਆ ਔਰ ਉਹਨਾਂ ਨੂੰ ਪਾਣੀ ਤੱਕ ਨਹੀਂ ਪੀਣ ਨੂੰ ਦਿੱਤਾ ਜਾ ਰਿਹਾ ਸੜਕਾਂ ਦੇ ਉੱਤੇ। ਕਿੰਨੀ ਸ਼ਰਮ ਵਾਲੀ ਗੱਲ ਆ ਕਿ ਉੱਥੇ ਇੰਨਾ ਗਲਤ ਵਿਹਾਰ ਕਰ ਰਹੇ ਆ ਲੋਕੀ ਉਹਨਾਂ ਦੇ ਨਾਲ ਕਿ ਮਤਲਬ ਯਕੀਨ ਨਹੀਂ ਹੁੰਦਾ। ਔਰ ਇੱਥੇ
ਜੇ ਸਰਕਾਰ ਸਾਥ ਦੇ ਰਹੀ ਹੈ ਟਰੱਕਾਂ ਵਾਲਿਆਂ ਦਾ ਵੀ ਉਹਨਾਂ ਨੂੰ ਰੈਸਟ ਏਰੀਆ ਦੇ ਵਿੱਚ ਫੂਡ ਟਰੱਕ ਭੇਜ ਰਹੀ ਆ, ਤੇ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਦੇਖੋ ਉਹ ਇੰਨੇ ਕੁ ਚੀਜ਼ ਨੂੰ ਬਲੌਕ ਕਰਨ ਨੂੰ ਲੱਗੀਆਂ ਹੋਈਆਂ ਵੀ ਫੂਡ ਟਰੱਕ ਜੇ ਮਹੀਨੇ ਦੇ ਵਿੱਚ ਉੱਥੇ ਖੜ ਵੀ ਜਾਣਗੇ ਤੇ ਕਿੰਨਾ ਕੁ ਵੱਡਾ ਬਿਜ਼ਨਸ ਤੁਹਾਡਾ ਉਹ ਲੈ ਚੱਲਦੇ ਆ। ਜਦੋਂ ਮਹੀਨੇ ਬਾਅਦ ਉਹਨਾਂ ਨੂੰ ਬੰਦ ਕਰਤਾ ਫਿਰ ਉਹ ਨਾਰਮਲ ਹੋ ਜਾਊਗਾ। ਪਰ ਇਹ ਇੱਕ ਪ੍ਰੋਫਿਟੀਅਰਿੰਗ ਦੀ ਕਿੱਡੀ ਵੱਡੀ ਚੀਜ਼ ਹੈ, ਕਿੰਨੀ ਬਲੌਕੇਜ ਹੈ, ਕਿੰਨੀ ਮਤਲਬ ਕਿ ਬੈਕ ਐਂਡ ਤੇ ਕੀ ਚੱਲ ਰਿਹਾ ਇੱਥੇ। ਸੋ ਬਿਲਕੁਲ ਅਗਲੀ ਜੇ ਟਰੱਕਿੰਗ ਨਾਲ ਰਿਲੇਟਡ ਆਪਾਂ ਖਬਰ ਸਾਂਝੀ ਕਰੀਏ, ਯੂਟਾ ਦੇ ਗਵਰਨਰ ਗੈਰੀ ਹਰਵਰਟ ਜਿਹੜੇ ਆ ਉਹਨਾਂ ਨੇ ਇੱਕ ਨਵਾਂ ਆਰਡਰ ਜਾਰੀ ਕੀਤਾ ਜਿਹਦੇ ਮੁਤਾਬਕ ਇਸ ਸ਼ੁੱਕਰਵਾਰ ਤੋਂ ਜਿਹੜੇ ਵੀ ਲੋਕ ਚਾਹੇ ਉਹ ਕਾਰ ਰਾਹੀਂ, ਚਾਹੇ ਟਰੱਕ ਰਾਹੀਂ, ਚਾਹੇ ਪਲੇਨ ਰਾਹੀਂ ਯੂਟਾ ਦੇ ਵਿੱਚ ਜਾਣਗੇ, ਜਿਨ੍ਹਾਂ ਦਾ ਯੂਟਾ ਫਾਈਨਲ ਡੈਸਟੀਨੇਸ਼ਨ ਹੋਊਗਾ, ਉਹਨਾਂ ਨੂੰ ਇੱਕ ਟਰੈਵਲ ਡੈਕਲੇਰੇਸ਼ਨ ਫਾਰਮ ਭਰਨਾ ਪਊਗਾ। ਜੀ ਬਿਲਕੁਲ, ਇਹ ਕਾਫੀ ਜਿਹੜੀਆਂ ਸਟੇਟਸ ਹੈਗੀਆਂ ਇਹ ਇਸ ਕੰਮ ਵੱਲ ਨੂੰ ਚੱਲਦੀਆਂ ਹੈਗੀਆਂ, ਜਿਹਦੇ ਵਿੱਚ ਕਿ ਉਹ ਜਿਹੜਾ ਹੁਣ ਅਮਰੀਕਾ ਦੇ ਵਿੱਚ ਜਿਹੜਾ ਸਟੇਟ ਟੂ ਸਟੇਟ ਟਰੈਵਲ ਹੈਗਾ ਉਹਨੂੰ ਮੋਨੀਟਰ ਕਰਨ ਦੀ ਟਰਾਈ ਕੀਤੀ ਜਾ ਰਹੀ ਆ। ਪਰ ਡੈਫੀਨੇਟਲੀ ਜਿੱਦਾਂ ਕਿ ਸਾਰੇ ਕਹਿ ਰਹੇ ਆ ਕਿ ਫੁੱਲ ਲਾਕਡਾਊਨ ਤੋਂ ਬਿਨਾਂ ਇਹ ਕੰਮ ਸ਼ਾਇਦ ਹੋ ਸਕਦਾ ਕਾਬੂ ਨਾ ਕੀਤਾ ਜਾ ਸਕੇ, ਕਿਉਂਕਿ ਜਿਹੜੀ ਵਾਇਰਸ ਦਾ ਸਪਰੈਡ ਹੈਗਾ ਬਹੁਤ ਜ਼ਿਆਦਾ ਇਸ ਵੇਲੇ ਹੋ ਰਿਹਾ। ਔਰ ਜਿਹੜੀਆਂ ਬਹੁਤ ਸਟੇਟਾਂ ਵਿੱਚ ਕਈ ਐਸੀਆਂ ਹੈਗੀਆਂ ਜਿਨ੍ਹਾਂ ਨੇ ਅਜੇ ਤੱਕ ਸਟੇ ਐਟ ਹੋਮ ਵਾਲਾ ਵੀ ਨਹੀਂ ਲਾਗੂ ਕੀਤਾ। ਸੋ ਅੱਜ ਸਵੇਰ ਦੀ ਜਿਹੜੀ ਖਬਰ ਉਹ ਵੀ ਮੈਂ ਸੁਣਦਾ ਸੀਗਾ ਕਿ ਆਪਣੇ ਈਵਨ ਕੈਲੀਫੋਰਨੀਆ ਦੇ ਵਿੱਚ ਮੇਰੇ ਖਿਆਲ ਜਿਹੜਾ ਕਰਵ ਹੈਗਾ ਇਟ ਸਟਾਰਟ ਕਮਿੰਗ ਡਾਊਨ ਜਸਟ ਬਿਕਾਜ਼ ਕਿ ਕੈਲੀਫੋਰਨੀਆ ਨੇ ਸਾਰਿਆਂ ਨਾਲੋਂ ਪਹਿਲਾਂ ਆਪਣੀ ਅਮਰੀਕਾ ਦੇ ਵਿੱਚ ਜਿਹੜਾ ਸੀ ਇਹ ਬੰਦ ਕੀਤਾ ਸੀਗਾ ਆਪਣਾ ਬੇ ਏਰੀਏ ਦੇ ਵਿੱਚ ਤੇ ਜਾਂ LA ਦੇ ਵਿੱਚ ਸਟੇ ਐਟ ਹੋਮ ਆਰਡਰ ਜਿਹੜੇ ਆ ਉਹ ਲਾਗੂ ਕੀਤੇ ਸੀਗੇ। ਤੇ ਆਈ ਥਿੰਕ ਇਹ ਬਹੁਤੀਆਂ ਸਟੇਟਾਂ ਜਿਹੜੀਆਂ ਸ਼ੁਰੂ ਕਰ ਰਹੀਆਂ ਹੌਲੀ ਹੌਲੀ, ਬਟ ਇਟਸ ਸਮਥਿੰਗ ਟੂ ਲੇਟ। ਜੀ ਬਿਲਕੁਲ, ਪਰ ਦੇਖੋ ਹਰਜੋਤ ਸਿੰਘ ਜੀ, ਐਸੇ ਮੌਕੇ ਅਜਿਹੇ ਵੀ ਬਹੁਤ ਆਪਾਂ ਨੂੰ ਆਵਾਜ਼ਾਂ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ, ਉਹ ਕਹਿੰਦੇ ਵੀ ਖੋਲ੍ਹ ਦਿਓ ਜੀ ਕੰਟਰੀ ਨੂੰ, ਗੱਲ ਹੀ ਕੋਈ ਨਹੀਂ, ਸਾਰਾ ਕੁਛ ਜਿਹੜਾ ਉਹ ਠੀਕ ਆ। ਜਦ ਕਿ ਕਈ ਲੋਕ ਇਸ ਦੀ ਕਹਿ ਰਹੇ ਆ ਵੀ ਆਪਾਂ ਨੂੰ ਅਜੇ ਬਹੁਤ ਜ਼ਿਆਦਾ ਇਹਤਿਆਤ ਇਸ ਚੀਜ਼ ਦੇ ਪ੍ਰਤੀ ਜਿਹੜੀ ਉਹ ਰੱਖਣੀ ਜਿਹੜੀ ਉਹ ਜ਼ਰੂਰੀ ਹੈਗੀ ਆ। ਸੋ ਕਿਤੇ ਨਾ ਕਿਤੇ, ਕਿਉਂਕਿ ਦੇਖੋ ਇਹ ਕੈਪੀਟਲਿਸਟ ਕੰਟਰੀ ਆ, ਸੋ ਕੈਪੀਟਲਿਸਟ ਕੰਟਰੀ ਦੇ ਵਿੱਚ ਜਿੱਦਾਂ ਆਪਾਂ ਨੈਟਸੋ ਦੀ ਵੀ ਹੁਣੇ ਗੱਲ ਕਰਕੇ ਹਟੇ ਹਾਂ, ਪ੍ਰੋਫਿਟਿੰਗ ਦਾ ਹੀ ਇਨ ਦੀ ਐਂਡ ਮਤਲਬ ਆ, ਹਿਊਮੈਨਿਟੀ ਉਹਨਾਂ ਦੇ ਲਈ ਸਭ ਤੋਂ ਅਖੀਰ ਦੇ ਵਿੱਚ ਜਿਹੜੀ ਉਹ ਆਉਂਦੀ ਆ। ਸੋ ਜਿੰਨੇ ਵੀ ਲੋਕ ਧਨਾੜ ਨੇ ਉਹ ਕਹਿੰਦੇ ਨੇ ਵੀ ਸਾਰਾ ਕੁਝ ਖੋਲ੍ਹੇ, ਕਿਉਂਕਿ ਉਹਨਾਂ ਨੂੰ ਸੈਕਰੀਫਾਈਸ ਨਹੀਂ ਨਾ ਕਰਨਾ ਪੈਣਾ, ਉਹ ਸੜਕਾਂ ਦੇ ਉੱਤੇ ਨਹੀਂ ਆ, ਉਹਨਾਂ ਨੂੰ ਫਰੰਟ ਲਾਈਨਸ ਦੇ ਉੱਤੇ ਜਿਹੜਾ ਕਿਸੇ ਤਰੀਕੇ ਦਾ ਜਿਹੜੀ ਉਹਨਾਂ ਦੀ ਲੜਾਈ ਨਹੀਂ ਹੈਗੀ, ਉਹਨਾਂ ਦਾ ਖਤਰਾ ਨਹੀਂ, ਉਹਨਾਂ ਨੂੰ ਉਨਾ ਖਤਰਾ ਨਹੀਂ ਹੈ ਕਰੋਨਾ ਵਾਇਰਸ ਹੋਣ ਦਾ ਜਿੰਨਾ ਬਾਕੀ ਲੋਕਾਂ ਨੂੰ। ਸੋ ਇਹ ਜਿਹੜੇ ਅਸੈਂਸ਼ੀਅਲ / ਸੈਕਰੀਫਾਈਸਲ ਵਰਕਰ ਨੇ ਉਹਨਾਂ ਦੇ ਉੱਤੇ ਹੀ ਜਿਹੜੀ ਗਾਜ ਸਭ ਤੋਂ ਜ਼ਿਆਦਾ ਜਿਹੜੀ ਬਾਅਦ ਦੇ ਵਿੱਚ ਡਿੱਗਣੀ ਆ, ਮਾਰ ਜਿਹੜੀ ਉਹ ਪੈਣੀ ਆ। ਸੋ ਆਈ ਥਿੰਕ ਸਾਰਿਆਂ ਨੂੰ ਇੱਕ ਟੇਕ ਅ ਸਟੈਪ ਬੈਕ ਐਂਡ ਠੰਡੇ ਦਿਮਾਗ ਦੇ ਨਾਲ ਜਿਹੜਾ ਸੋਚਣ ਦੀ ਜ਼ਰੂਰਤ ਆ ਵੀ ਆਪਾਂ ਨੂੰ ਜਿਹੜਾ ਆ ਕੀ ਕੁਛ ਇਸ ਚੀਜ਼ ਦੇ ਵਿੱਚ ਕਰਨ ਦੀ ਜ਼ਰੂਰਤ ਹੈਗੀ ਆ ਜੀ। ਤੇ ਨਾਲ ਆਪਾਂ ਤੇ ਨਾਲ ਹੀ ਜਿਹੜੇ ਆਪਣੇ ਨਾਲ ਕੁਝ ਕਾਲਰ ਵੀ ਜਿਹੜੇ ਉਹ ਆਪਣੇ ਗੱਲਬਾਤ ਜਿਹੜੀ ਉਹ ਕਰਨਾ ਚਾਹੁੰਦੇ ਨੇ, ਜਾਂ ਜੇ ਤੁਹਾਡਾ ਟਰੱਕਿੰਗ ਦੇ ਨਾਲ ਵੀ ਕੋਈ ਸਵਾਲ ਜੇ ਹੋਵੇ ਤਾਂ ਉਹ ਵੀ ਤੁਸੀਂ ਸਰੋਤਿਓ ਕਾਲ ਕਰ ਸਕਦੇ ਹੋ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਜੀ। ਇੱਕ ਗੱਲ ਜਿਹੜੀ ਮੈਂ ਹੋਰ ਕਰਨੀ ਚਾਹੁੰਦਾ ਹਾਂ ਜਲਦੀ ਕੁਇਕਲੀ, ਕਿ ਬਹੁਤ ਕਾਲਸ ਮੈਨੂੰ ਆ ਰਹੀਆਂ ਕਿ ਜਿਹਦੇ ਵਿੱਚ ਹਰ ਇੱਕ ਬੰਦਾ ਪੁੱਛ ਰਿਹਾ ਕਿ ਮੈਂ ਐਪਲੀਕੇਸ਼ਨ ਜਿਹੜੀ ਆ ਪੇਰੋਲ ਪ੍ਰੋਟੈਕਸ਼ਨ ਵਾਲੀ ਉਹ ਭਰ ਲਈ ਆ ਜਾਂ ਕੁਛ ਕਰ ਲਿਆ, ਪਰ ਇਹਨੂੰ ਸਬਮਿਟ ਕਿੱਥੇ ਕਰਾਂ। ਤੇ ਮੋਸਟ ਪ੍ਰੋਬੇਬਲੀ ਜਿਹੜਾ ਤੁਹਾਡਾ ਬੈਂਕ ਹੈਗਾ ਜਿਹਦੇ ਕੋਲ ਤੁਸੀਂ ਬੈਂਕਿੰਗ ਕਰਦੇ ਆ ਉਹ ਹੀ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਕਰਨੀ ਆ। ਜਿਹੜੀ SBA ਨੇ ਡਾਇਰੈਕਟਲੀ ਤੁਹਾਡੀ ਐਪਲੀਕੇਸ਼ਨ ਨਹੀਂ ਪ੍ਰੋਸੈਸ ਕਰਨੀ। ਸੋ ਤੁਸੀਂ ਜਿਹੜੇ ਬੈਂਕ ਦੇ ਵਿੱਚ ਕੰਮ ਕਰ ਤੁਹਾਡਾ ਅਕਾਊਂਟ ਹੈਗਾ, ਸੋ ਔਰ ਬਹੁਤ ਬੈਂਕਾਂ ਨੇ ਰਾਜਕਰਨ ਆਪਣੀ ਮੇਨ ਸਾਈਟ ਦੇ ਉੱਤੇ ਕਿਤੇ ਵੀ ਇਹ ਚੀਜ਼ ਨਹੀਂ ਲਾਈ ਹੋਈ, ਕੁਝ ਬੈਂਕਾਂ ਨੇ ਲਾਈ ਹੈ, ਕੁਝ ਨੇ ਬਿਲਕੁਲ ਨਹੀਂ ਲਾਈ ਹੋਈ। ਸੋ ਤੁਸੀਂ ਸਰਚ ਕਰੋ ਗੂਗਲ ਦੇ ਉੱਤੇ ਕਿ ਪੇਰੋਲ ਪ੍ਰੋਟੈਕਸ਼ਨ ਪਲਾਨ ਫॉर ਆਪਣੇ ਬੈਂਕ ਦਾ ਨਾਂ, ਠੀਕ ਹੈ, ਤੇ ਫਿਰ ਉਹ ਤੁਹਾਨੂੰ ਪੇਜ ਨਿਕਲਦਾ ਆ, ਫਿਰ ਤੁਸੀਂ ਉੱਥੇ ਕਲਿੱਕ ਕਰਦੇ ਆ ਤੇ ਫਿਰ ਤੁਸੀਂ ਰਾਈਟ ਜਗ੍ਹਾ ਜਾਂਦੇ ਆ। ਇਹ ਮੇਰੇ ਖਿਆਲ ਰਾਜਕਰਨ ਇਹ ਵੀ ਇੱਕ ਬੜੀ ਮਤਲਬ ਕਿ ਬਹੁਤ ਦੁਵਿਧਾ ਵਾਲੀ ਸਿਚੁਏਸ਼ਨ ਹੈ ਕਿ ਬੈਂਕ ਪੈਸਾ ਦਿਖਾ ਤਾਂ ਰਹੇ, ਦਿਖ ਰਿਹਾ ਵੀ ਉਹਨਾਂ ਕੋਲ ਆਇਆ ਪਿਆ ਆ, ਪਰ ਦੇਣ ਨੂੰ ਉਹ ਬੜੀ ਮਤਲਬ ਕਿ ਹਿਚਕਿਚਾਹਟ ਜੀ ਆ ਜਾਂ ਪਤਾ ਨਹੀਂ ਕੀ ਚੱਕਰ। ਸੋ ਉਹਨੂੰ ਨਾ ਰਮਨ ਜੀ ਉਹ 'ਚ ਟਾਈਮ ਲੱਗ ਰਿਹਾ ਕਿਉਂਕਿ ਬਹੁਤ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਅਪਲਾਈ ਕਰਤਾ। ਮੇਜਰ 3 ਬੈਂਕਾਂ ਦੇ ਮੈਂ ਤੁਹਾਨੂੰ ਦੱਸ ਦਿੰਦਾ, ਬੈਂਕ ਆਫ ਅਮਰੀਕਾ ਦੇ ਵੀ ਉਹਨਾਂ ਦੇ ਵੈਬਸਾਈਟ 'ਤੇ ਤੁਸੀਂ ਭਰ ਸਕਦੇ ਜਾ ਕੇ ਐਪਲੀਕੇਸ਼ਨ ਫੁੱਲ। ਚੇਜ਼ ਬੈਂਕ 'ਤੇ ਵੀ ਫੁੱਲ ਭਰ ਸਕਦੇ ਆ। ਵੈਲਸ ਫਾਰਗੋ ਨੇ ਬੰਦ ਕਰਤਾ ਸੀ, ਹੁਣ ਉਹ ਸਟਿਲ ਕੱਲ੍ਹ ਉਹਨਾਂ ਨੇ ਫਿਰ ਓਪਨ ਕੀਤੀ ਆ। ਉਹਦੇ ਵਿੱਚ ਸਿਰਫ ਉਹ ਤੁਹਾਡਾ ਨਾਮ, ਬਿਜ਼ਨਸ ਦਾ ਨਾਮ ਅਤੇ ਈਮੇਲ ਲੈ ਰਿਹਾ, ਅਤੇ ਜਦੋਂ ਹੀ ਕਹਿੰਦੇ ਵੀ ਤੁਹਾਨੂੰ ਕੰਟੈਕਟ ਕਰਾਂਗੇ ਇਨਫੋਰਮੇਸ਼ਨ ਦਿਓ।
ਆਪਣੀ ਸਭ ਤੋਂ ਘਾਟ ਪੰਜਾਬੀਆਂ ਦੀ ਕੀ ਹੁੰਦੀ ਆ ਵੀ ਆਪਾਂ ਪੇਪਰ ਵਰਕ ਕਦੇ ਨਹੀਂ ਟਾਈਮ ਸਿਰ ਰੱਖਦੇ ਹੈਗੇ। ਸੋ ਇਹਦੇ ਲਈ ਪੇਪਰ ਵਰਕ ਬਹੁਤ ਜ਼ਰੂਰੀ ਆ। ਜਿਨ ਵੀ ਅਪਲਾਈ ਕਰਨਾ ਹੈਗਾ ਨਾ, ਉਹਦੇ ਪਿਛਲੇ ਸਾਲ ਦੇ 2019 ਦੇ ਜਿੰਨੇ ਵੀ 941 ਫਾਰਮਸ, ਪੇਰੋਲ ਦੇ W3 ਫਾਰਮ, ਜਿਹੜੀ ਵੀ ਤੁਹਾਡੀ ਕੋਈ ਅਕਾਊਂਟਿੰਗ ਕਰਦੀ ਸੀ ਫਾਰਮ, ਉਹ ਤੋਂ ਲੈ ਲਓ। ਅਤੇ ਕਈ ਬੈਂਕਾਂ ਜਿਹੜੀਆਂ ਆ ਉਹ 2019 ਦੇ ਟੈਕਸ ਰਿਟਰਨ ਵੀ ਮੰਗ ਰਹੀਆਂ। ਸੋ ਕਈ ਵਾਰੀ ਮੈਂ ਦੇਖਦਾ ਵੀ ਟਰੱਕਾਂ ਵਾਲੇ ਤਾਂ ਟੈਕਸ ਹੀ ਜਾ ਕੇ ਸਤੰਬਰ ਅਕਤੂਬਰ 'ਚ ਭਰਦੇ ਹੁੰਦੇ ਆ। ਸੋ ਭਾਈ ਹੁਣ ਮੈਂ ਵੀ ਬੈਂਕ ਆਫ ਅਮਰੀਕਾ 'ਚ ਭਰਿਆ ਸੀਗਾ, ਮੈਨੂੰ ਰਿਕੁਆਇਰਡ ਡਾਕੂਮੈਂਟਸ ਉਹਨਾਂ ਦੀ ਈਮੇਲ ਆ ਗਈ ਆ ਕਿ ਜਿਹੜੇ ਵੀ 940 ਫਾਰਮਸ ਹੈਗੇ ਆ 2019 ਦੇ, ਉਹ ਵਾਲੇ ਚਾਹੀਦੇ ਆ ਤੁਹਾਡੇ, ਤੇ 941 ਫਾਰਮ ਚਾਹੀਦੇ ਆ। ਸਕੈਜੂਲ 1040C ਚਾਹੀਦਾ ਆ 2019 ਦਾ, ਡਰਾਫਟ 1040 ਸਕੈਜੂਲ C ਫॉर 2019, ਤੇ ਦੂਜਾ ਫਾਰਮ 1099 ਮਿਸਲੇਨੀਅਸ ਫॉर 2019। ਜਿਹੜੇ ਤੁਸੀਂ 1099 ਪੇ ਕੀਤੇ ਆ ਉਹਨਾਂ ਦੇ ਬਾਰੇ 'ਚ ਵੀ ਐਜ਼ ਆ ਰੈਂਡਰਡ ਐਜ਼ ਆ ਇੰਡੀਪੈਂਡੈਂਟ ਕਾਂਟਰੈਕਟਰ ਉਹ ਵੀ ਉਹਨਾਂ ਨੇ ਮੰਗੇ ਹੈਗੇ ਆ। ਸੋ ਇਹ 3-4 ਚੀਜ਼ਾਂ ਜਿਹੜੀਆਂ ਉਹਨਾਂ ਨੇ ਮੰਗੀਆਂ ਹੈਗੀਆਂ। ਸੋ ਮੈਂ ਉਸ ਪ੍ਰੋਸੈਸ 'ਚੋਂ ਲੰਘ ਰਿਹਾ, ਖੁਦ ਦੇਖ ਰਿਹਾ ਕਿ ਉਹ ਕਿਸ ਤਰ੍ਹਾਂ ਤੇ ਚੱਲ ਰਿਹਾ ਹੈ। ਸੋ ਬਿਲਕੁਲ ਸਾਰਾ ਨਾ ਡਾਟਾ ਇਕੱਠਾ ਕਰਕੇ ਰੱਖੋ। ਕਦੋਂ ਤੁਸੀਂ ਜਿਹੜੀ ਹੈਗੀ ਆ ਕਾਰਪੋਰੇਸ਼ਨ ਤੁਹਾਡੀ ਬਣੀ ਹੈਗੀ ਆ, ਇਹ ਤੁਸੀਂ ਸਟੇਟ ਦੀ ਸਾਈਡ ਤੋਂ ਜਾ ਕੇ ਦੇਖ ਸਕਦੇ ਆ। ਐਗਜ਼ੈਕਟ ਰੇਟ ਰੱਖੋ, ਕਿਤੇ ਐਵੇਂ ਅੰਦਾਜ਼ੇ ਨਾ ਭਰੋ ਮੁੜ ਕੇ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਜਾਏ। ਤੇ ਰਮਨ ਜੀ, ਸਾਡੇ ਨਾਲ ਕਾਫੀ ਕਾਲਸ ਹੈਗੀਆਂ, ਆਪਾਂ ਕਾਲਾਂ ਲੈਂਦੇ ਹਾਂ ਜੀ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਪੰਜਾਬੀ ਰੇਡੀਓ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਵੀ ਪੰਜਾਬੀ ਰੇਡੀਓ ਸੇ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇੰਨੀ ਸਾਨੂੰ ਇਨਫੋਰਮੇਸ਼ਨ ਦੇ ਰਿਹਾ ਤੇ ਸੈਕਰੀਫਾਈਸ ਕਰ ਰਿਹਾ ਕਿਸਮ ਦਾ। ਤੇ ਮੈਂ ਸਰੋਤਿਆਂ ਨੂੰ ਬੇਨਤੀ ਵੀ ਜਿਸ ਤਰ੍ਹਾਂ ਇਹ ਕਰ ਰਿਹਾ, ਸਾਡਾ ਫਰਜ਼ ਬਣਦਾ ਵੀ ਅਸੀਂ ਵੀ ਨਾ ਸਪੋਰਟ ਕਰੀਏ। ਹੈ ਤਾਂ ਔਖਾ ਹੈ, ਚਲੋ ਜਿੱਦਾਂ ਵੀ ਹੈ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ। ਤੇ ਰਮਨ ਜੀ ਨੂੰ ਮੇਰਾ ਇੱਕ ਸਵਾਲ ਆ। ਰਮਨ ਜੀ, ਜਿਸ ਤਰ੍ਹਾਂ DMB ਨੇ ਬਾਕੀ ਹੋਰ ਤਾਂ ਸ਼ਮਸ਼ਨ ਦਿੱਤੇ, ਕਈਆਂ ਵੀਰਾਂ ਦੇ ਸਵਾਲ ਹੋਣਗੇ ਵੀ ਕਈਆਂ ਦੇ ਪਲੇਟਾਂ ਐਕਸਪਾਇਰ ਹੋ ਚੁੱਕੀਆਂ ਜਾਂ ਹੋਣ ਵਾਲੀਆਂ, ਉਹਨਾਂ ਨੂੰ ਵੀ ਕੋਈ ਸ਼ਮਸ਼ਨ ਮਿਲੀ ਜਾਂ ਨਹੀਂ? ਵੀ ਜੀ ਕੱਟਣਾ ਸੁਣ ਲੈਂਦੇ ਹੋ ਜੀ। ਹਾਂਜੀ, ਇਹਦੇ ਵਿੱਚ ਜਿਹੜੀ DMB ਦਾ ਹੈਗਾ ਜੀ, ਮੇਰੀ ਕੱਲ ਹੀ ਗੱਲ ਹੋਈ ਸੀ ਜੀ ਕਿ ਉਹਨਾਂ ਨੇ ਐਕਚੁਅਲੀ ਐਗਜ਼ੰਪਸ਼ਨ ਰੀਅਲੀ ਨਹੀਂ ਵੀ ਹੈਗੀ ਤੇ ਹੈਗੀ ਵੀ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਐਪਲੀਕੇਸ਼ਨ ਜਿਹੜੀ ਆ ਉਹ ਡਾਇਰੈਕਟਲੀ ਸੈਕਰਾਮੈਂਟੋ ਭੇਜਣੀ ਪੈਣੀ। ਜਿਹੜੇ ਲੋਕਲ ਤੁਹਾਡੇ ਜਿਹੜੇ ਪਲੇਟਾਂ ਦਿੰਦੇ ਹੈਗੇ ਆ, ਉਹਨਾਂ ਦੇ ਕੋਲ ਐਪਲੀਕੇਸ਼ਨ ਤੁਸੀਂ ਦੇਣੀ, ਉਹਨਾਂ ਨੇ ਡਾਇਰੈਕਟਲੀ ਤੁਹਾਡੀ ਸੈਕਰਾਮੈਂਟੋ ਨੂੰ ਦੇਣੀ ਹੈ। ਜੇ ਤੁਹਾਡਾ ਲੋਕਲ ਬੰਦਾ ਤੁਹਾਨੂੰ ਪਲੇਟ ਦਿੰਦਾ ਆ ਤੇ ਇਟ ਵੋਂਟ ਗੈਟ ਐਕਸੈਪਟਡ, ਸਮਥਿੰਗ ਲਾਈਕ ਦੈਟ ਇਜ਼ ਹੈਪਨਿੰਗ। ਸੋ ਉਹਦੇ ਵਿੱਚ ਜਿਹੜੀ ਤੁਹਾਡਾ ਬੰਦੇ ਪਲੇਟਾਂ ਕਰ ਰਹੇ ਹੈਗੇ, ਉਹਨਾਂ ਨੂੰ ਡੈਫੀਨਿਟਲੀ ਕਾਲ ਕਰੋ ਕਿ ਉਹ ਉਹਨਾਂ ਦੇ ਕੋਲ ਪ੍ਰੋਸੈਸ ਹੈਗਾ। ਕੱਲ ਮੇਰੀ ਗੱਲ ਹੋਈ ਸੀ, ਉਹਦੇ ਵਿੱਚ ਇਹ ਆ ਕਿ ਤੁਹਾਨੂੰ 1 ਮਹੀਨੇ ਦੀ ਹੈਗੀ ਆ ਟਾਈਮਿੰਗ ਹੈਗੀ ਹੈ ਵਿੱਚ, ਕਿ 1 ਮਹੀਨੇ ਦੀ ਟਾਈਮ ਦਿੱਤਾ ਗਿਆ। ਜਿਨ੍ਹਾਂ ਦੀ April ਦੇ ਐਂਡ ਦੇ ਵਿੱਚ 30 ਜਾਂ 31 ਜਿਨ੍ਹਾਂ ਦੀ ਵੀ ਹੋ ਰਹੀ ਐਕਸਪਾਇਰ, ਉਹਨੂੰ ਮਈ ਦੇ ਐਂਡ ਤੱਕ ਹੈਗਾ। ਲੇਟ ਫੀਸ ਲੱਗੂਗੀ, ਤੁਸੀਂ ਲੇਟ ਫੀਸ ਵਾਸਤੇ ਉਹਨਾਂ ਨੂੰ ਕਹਿ ਸਕਦੇ ਆ। ਪਰ ਜੇ ਤੁਹਾਡੀ ਮਹੀਨੇ ਦੀ ਲੇਟ ਫੀਸ ਮੇਰੇ ਖਿਆਲ ਉਹ ਦੱਸ ਰਹੇ ਸੀ ਕਿ ਅਬਾਊਟ $20 ਹੁੰਦੀ ਆ। ਸੋ ਇੰਨੀ ਜ਼ਿਆਦਾ ਨਹੀਂ ਹੁੰਦੀ, ਬਟ ਤੁਸੀਂ ਉਹ 30 ਡੇਜ਼ ਦਾ ਜਿਹੜਾ ਤੁਹਾਡਾ ਇੱਕ ਹਿਸਾਬ ਦੀ ਐਕਸਟੈਂਸ਼ਨ ਟਾਈਪ ਹੈਗਾ ਆ, ਉਹ ਹੈਗਾ ਆ। ਬਟ ਮੇਕ ਸ਼ੋਰ ਜਿਹੜੇ ਤੁਹਾਡੇ ਪਲੇਟਾਂ ਕਰਦੇ ਹੈਗੇ ਉਹਨਾਂ ਨੂੰ ਕਾਲ ਜ਼ਰੂਰ ਕਰੋ ਤੇ ਉਹਨਾਂ ਨੂੰ ਇਹ ਚੀਜ਼ ਜਿਹੜੀ ਆ ਪੁੱਛੋ। ਸੋ 30 ਡੇਜ਼ ਦਾ ਜਾਂ ਕੋਈ ਲੰਮਾ ਟਾਈਮ ਨਹੀਂ ਉਹਦੇ ਵਿੱਚ ਐਕਸਟੈਂਸ਼ਨ ਹੈ ਜੀ। ਜੀ ਜੀ। ਤੇ ਆਪਣੇ ਅਗਲੇ ਕਾਲਰ ਨੇ ਮਨਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੇਰਾ ਰਮਨਵੀਰ ਨੂੰ ਇੱਕ ਸਵਾਲ ਆ ਜੀ। ਕੱਲ ਇੱਕ ਦੋਸਤ ਦੀ ਕਾਲ ਆਈ ਸੀ, ਸਾਡੇ ਇੱਥੇ 99 ਤੇ 159 ਤੇ ਇੱਕ ਗੈਸ ਸਟੇਸ਼ਨ ਆ ਬਲੈਰੋ ਦਾ, ਸ਼ਾਇਦ ਉਹਦਾ ਨਾਮ ਯੂਨਾਈਟਿਡ ਟਰੱਕ ਪਾਰਕਿੰਗ ਹੈ ਜੀ। ਸੋ ਉਸ ਵੀਰ ਦੇ ਕਹਿਣ ਦੇ ਮੁਤਾਬਕ ਉਹ ਹਰੇਕ ਜਿਹੜੀ EFS ਆ ਉਹਦੀ ਟ੍ਰਾਂਸੈਕਸ਼ਨ $5 ਚਾਰਜ ਕਰਦੇ ਜੀ, ਚਾਹੇ ਤੁਸੀਂ ਤੇਲ ਲੈਂਦੇ ਆ ਤੇ ਚਾਹੇ ਨਹੀਂ ਲੈਂਦੇ। ਸੋ ਉਹਨੇ ਵੀਰ ਨੇ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਸੀ ਵੀ ਇਸ ਟਾਈਮ ਜਿਹੜੀ ਸਾਰੀ ਆਫਤ ਆਈ ਹੋਈ ਆ ਤੇ ਹਰੇਕ ਕੋਈ ਜਿਹੜਾ ਉਹ ਹਰੇਕ ਪਾਸਿਓਂ ਜਿੰਨੇ ਵੀ ਮਦਦ ਕਰ ਸਕਦਾ ਉਹ ਕਰਦਾ, ਪਰ ਤੁਸੀਂ $5 ਨਾ ਕਰੋ। ਜੇ ਤੁਸੀਂ ਕਰਨੀ ਆ ਵੀ $1 ਜਾਂ $2 ਤੁਸੀਂ ਪਰ ਟ੍ਰਾਂਸੈਕਸ਼ਨ ਪਿੱਛੇ ਕਰ ਸਕਦੇ, ਕਿਉਂਕਿ ਜਦੋਂ ਅਸੀਂ ਵੱਡੇ ਟਰੱਕ ਸਟਾਪਾਂ ਤੋਂ ਤੇਲ ਲੈਂਦੇ ਲਾਈਕ ਪਾਇਲਟ ਆ ਜਾਂ ਲਾਵੇ ਆ, ਜਦੋਂ ਅਸੀਂ $200 ਦਾ ਉੱਥੋਂ ਤੇਲ ਲੈਂਦੇ ਜਾਂ 50 ਗੈਲਨ ਲੈਂਦੇ, ਫਿਰ ਉਹ ਸਾਨੂੰ ਚਾਰਜ ਨਹੀਂ ਕਰਦੇ। ਚਲੋ ਇਹ ਛੋਟਾ ਆਪਾਂ ਕਹਿ ਸਕਦੇ ਇਹਨਾਂ ਦੀ ਕੋਈ ਪਾਲਿਸੀ ਵੱਖਰੀ ਉਸਦੀ, ਇਹ $1-2 ਕਰ ਲੈਣ, ਪਰ $5 ਟੂ ਮੱਚ ਆ। ਚਾਹੇ ਕਿਉਂਕਿ ਜਿਹੜੇ ਲੋਕਲ ਟਰੱਕ ਚਲਾਉਂਦੇ ਨੇ ਵੀਰ, ਉਹ ਬਹੁਤੀ ਗੱਲ ਆ, ਉਹ 25-30 ਗੈਲਨਾਂ ਤੇਲ ਬਾਏ ਕਰਦੇ ਕਿਉਂਕਿ ਉਹ ਫੁੱਲ ਟੈਂਕ ਨਹੀਂ ਕਰਦੇ। ਉਹਨਾਂ ਨੇ 100-150 ਦਾ ਤੇਲ ਲੈਣਾ ਹੁੰਦਾ। ਜਦੋਂ ਹਰੇਕ ਟ੍ਰਾਂਸੈਕਸ਼ਨ ਤੇ $5 ਤੁਹਾਨੂੰ ਕੋਸਟ ਪੈਂਦੀ ਆ ਤੇ ਉਹ ਬੜਾ ਦੁੱਖ ਲੱਗਦਾ ਜੀ, ਕਿਉਂਕਿ ਬਹੁਤ ਔਖਾ ਹੁੰਦਾ ਸੀ। ਇਸ ਕਰਕੇ ਮੇਰੀ ਰਮਨਵੀਰ ਜੀ ਨੂੰ ਬੇਨਤੀ ਆ ਵੀ ਤੁਸੀਂ ਇਹਦੇ ਵਾਸਤੇ ਜ਼ਰੂਰ ਨਿੱਜੀ ਤੌਰ ਤੇ, ਕਿਉਂਕਿ ਮੈਨੂੰ ਪਤਾ ਲੱਗਾ ਉਹਦੇ ਓਨਰ ਪੰਜਾਬੀ ਨੇ,
ਤੇ ਤੁਸੀਂ ਹੋ ਸਕਦਾ ਤੇ ਇਹ ਜਿਹੜੀ ਸਮੱਸਿਆ ਸਾਡੇ ਲੋਕਲ ਕੰਟੇਨਰ ਵੀਰ ਆ ਜੀ ਉਹਨਾਂ ਦੀ ਸਮੱਸਿਆ ਨੂੰ ਜ਼ਰੂਰ ਹੱਲ ਕਰੋ। 99 ਤੇ ਕਿੱਥੇ ਹੈਗਾ ਜੀ? ਇਹ 99 ਤੇ 152 ਦੇ ਕਾਰਨਰ ਤੇ ਆ ਜੀ। ਜਦੋਂ ਆਪਾਂ ਮਡੇਰੇ ਤੋਂ ਆਪਾਂ ਚੌਚੁੱਲੇ ਨੂੰ ਜਾਂਦੇ ਤਾਂ 159 ਮਿਲੀਅਨ ਠੀਕ ਹੈ ਜਿਹੜਾ ਅਗਲਾ ਲੈਫਟ ਸਾਈਡ ਹੈ ਬਲੈਰੋ ਜੀ। ਜੀ ਥੈਂਕ ਯੂ ਵੀਰ ਜੀ। ਵੈਸੇ ਉਹ ਚੌਚੁੱਲੇ ਚ ਪੈਂਦਾ ਤੇ ਜ਼ਰੂਰ ਇਹਦੇ ਵਾਸਤੇ ਕੁਛ ਨਾ ਕੁਛ ਜ਼ਰੂਰ ਉਪਰਾਲਾ ਕਰਿਓ ਤਾਂ ਕਿ ਸਾਡੇ ਜਿਹੜੇ ਕੰਟੇਨਰ ਵੀਰ ਆ ਉਹਨਾਂ ਦੀ ਜਿਹੜੀ ਇਹ ਮੰਗ ਆ ਉਹ ਥੋੜੀ ਜੀ ਆਪਾਂ ਉਹਨਾਂ ਨੂੰ ਰਿਲੀਫ ਦੇ ਸਕੀਏ ਜੀ। ਬਹੁਤ ਬਹੁਤ Thank you, ਸੋ ਇਹਦਾ ਆਪਸ਼ਨ ਰਮਨ ਜੀ ਇਹ ਵੀ ਆ ਤਾਂ ਉੱਥੇ 3-4 ਮੀਲ ਪਰੇ ਤਾਂ ਇੱਕ ਲਵ ਦਾ ਵੀ ਹੈਗਾ ਆ, ਪਾਇਲਟ ਦਾ ਵੀ ਹੈਗਾ, ਉਹ ਨਾਲ ਹੀ ਨਹੀਂ ਉਹ ਦੇਖੋ ਆਪਸ਼ਨਾਂ ਤਾਂ ਹੈਗੀਆਂ ਆ। ਇਹ ਚੀਜ਼ ਮੈਨੂੰ ਹੁਣ ਡੈਫੀਨੇਟਲੀ ਜਿਹੜਾ ਆਪਣਾ ਟਰੱਕ ਸਟਾਪ ਇੱਕ ਆਪਣੇ ਟੈਕਸਸ ਬਾਰਡਰ ਪੰਜਾਬੀਆਂ ਦਾ ਹੈਗਾ, ਉਹਨਾਂ ਦੇ ਬਾਰੇ 'ਚ ਵੀ ਰਿਪੋਰਟਾਂ ਆਈਆਂ ਕਿ ਉਹ 3 ਤੋਂ 4 ਗੁਣਾ ਪ੍ਰਾਈਸਾਂ ਜਿਹੜੀਆਂ ਚੀਜ਼ਾਂ ਦੀਆਂ ਅੰਦਰ ਵਧਾ ਕੇ ਰੱਖੀਆਂ ਉਹਨਾਂ ਨੇ ਸਾਰੀਆਂ ਹੁਣ ਇਸ ਵੇਲੇ। ਸੋ ਉਹ ਜਿਹੜੀਆਂ ਹੈਗੀਆਂ ਵੀ ਉਹ ਵੀ ਡੈਫੀਨੇਟਲੀ ਜੀ ਇਹ ਇੱਕ ਬਹੁਤ ਸ਼ਰਮਨਾਕ ਗੱਲ ਹੈਗੀ ਆ ਜੇ ਤੁਸੀਂ ਇਸ ਸਮੇਂ ਦੇ ਵਿੱਚ ਇੱਦਾਂ ਪ੍ਰਾਈਸਾਂ ਵਧਾ ਕੇ ਪੈਸੇ ਲੈ ਰਹੇ ਹੈਗੇ ਆ। ਅਸੀਂ ਕਿਸੇ ਨੂੰ ਕੀ ਕਹਿਣਾ, ਸਾਡੇ ਆਪਣੇ ਬਹੁਤ ਬੰਦੇ ਐਸੇ ਹੈਗੇ ਆ ਜਿਹੜੇ ਕਿ ਇਸ ਕੰਮ ਨੂੰ ਕਰਦੇ ਆ। ਮੇਰੇ ਖਿਆਲ ਦੇ ਵਿੱਚ ਚੰਗੀ ਗੱਲ ਨਹੀਂ ਹੈਗੀ ਜੇ ਕੋਈ ਵੀ ਟਰੱਕ ਸਟਾਪ ਇੱਦਾਂ ਦੀ ਚੀਜ਼ ਕਰ ਰਿਹਾ ਡੈਫੀਨੇਟਲੀ, ਕਿਉਂਕਿ ਇਹ ਇੱਕ ਇਸ ਦੇ ਵਿੱਚ ਰਾਜਕਰਨ ਇਹ ਹੁੰਦਾ ਕਿ ਇਹ ਪ੍ਰਾਈਵੇਟ ਬਿਜ਼ਨਸ ਹੈਗਾ, ਠੀਕ ਹੈ ਨਾ। ਤੇ ਮੋਸਟਲੀ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਡੈਫੀਨੇਟਲੀ ਉਹਦੇ ਲਈ ਆਪਸ਼ਨਸ ਆਪਣੀਆਂ ਜਿਹੜੀਆਂ ਉਹ ਚੇਂਜ ਕਰਨ ਦੀ ਲੋੜ ਹੈਗੀ ਆ। ਬਟ ਫਿਰ ਵੀ ਜੇ ਸਾਨੂੰ ਕੋਈ ਨਾ ਕੋਈ ਆਪਸ਼ਨ ਲੱਭੀ ਜਾਂ ਕੋਈ ਨਾ ਕੋਈ ਤਰੀਕਾ ਲੱਭਾ ਤੇ ਅਸੀਂ ਟਰਾਈ ਕਰਾਂਗੇ ਵੀ ਅਸੀਂ ਜਿਹੜਾ ਆ ਉਹਨਾਂ ਨੂੰ ਕਰ ਸਕੀਏ, ਗੱਲ ਕਰ ਸਕੀਏ। ਬਾਕੀ ਅੱਗੇ ਰਹਿ ਗਈ ਗੱਲ ਕਿ ਜਿਹੜਾ ਨਾਪਟਾ ਦਾ ਫਿਊਲ ਕਾਰਡ ਹੈ, ਜੇ ਉੱਦਾਂ ਦਾ ਤੁਹਾਡੇ ਕੋਲ ਫਿਊਲ ਕਾਰਡ ਹੈਗਾ ਤੇ ਕੋਈ ਫੀਸ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ ਉਹਦੇ ਤੇ। ਜੀ ਬਿਲਕੁਲ। ਪ੍ਰਾਈਸ ਗੌਜਿੰਗ ਨੂੰ ਲੈ ਕੇ ਆਪਾਂ ਬਹੁਤ ਸ਼ੋਅ ਕੀਤੇ ਹੈਗੇ ਆ। ਜਿੱਥੇ ਕਿਤੇ ਵੀ ਕੋਈ ਪ੍ਰਾਈਸ ਗੌਜਿੰਗ ਹੁੰਦੀ ਆ ਤੁਸੀਂ ਅਟਾਰਨੀ ਜਨਰਲ ਨੂੰ ਦੇ ਸਟੇਟ ਨੂੰ ਰਿਪੋਰਟ ਕਰ ਸਕਦੇ ਹੈਗੇ ਆ। ਜੀ ਅਗਲੇ ਕਾਲਰ ਨੇ ਭੁਪਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਮੈਂ ਤਾਂ ਇਹੀ ਪੁੱਛਣਾ ਸੀ, ਜਿਹੜੇ ਟਰੱਕ ਡਰਾਈਵ ਕਰਦੇ ਨੇ ਕਿਸੇ ਕੰਪਨੀ ਵਾਸਤੇ ਤੇ ਉਹ 1099 ਦੇ ਉੱਤੇ ਕੰਮ ਕਰਦੇ ਨੇ, ਉਹਨਾਂ ਵਾਸਤੇ ਕੁਛ ਇਸ ਤਰ੍ਹਾਂ ਦੀ ਐਕਸਟਰਾ ਰਿਲੈਕਸੇਸ਼ਨ ਵਾਸਤੇ ਕੁਛ ਹੈਗੀ ਹੈ ਸਕੀਮ ਤੋਂ ਚੱਲੀ ਗੌਰਮੈਂਟ ਦੀ? ਨਹੀਂ ਜੀ, ਉਹਦੇ ਵਾਸਤੇ ਜੀ ਗ੍ਰੇ ਏਰੀਆ ਆ। ਇਹ ਚੀਜ਼ ਜਿਹੜੀ ਅਸੀਂ ਜਿਹੜੇ ਪਿਛਲੇ ਸਾਲ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਪ੍ਰੋਗਰਾਮ ਕੀਤੇ ਸੀਗੇ ਕਿ ਜਦੋਂ ਬੈਨੀਫਿਟ ਲੈਣ ਦਾ ਮੌਕਾ ਆਉਣਾ ਆ ਜਾਂ ਜਦੋਂ ਕੋਈ ਇੱਦਾਂ ਦੀ ਆਫਤ ਆਉਣੀ ਆ, ਮੇਰੇ ਖਿਆਲ ਇਸ ਤੋਂ ਵਧੀਆ ਐਗਜ਼ਾਮਪਲ ਨਹੀਂ ਮਿਲ ਸਕਦਾ ਹੁਣ ਕਿ ਕਿੰਨੇ ਸਾਡੇ ਡਰਾਈਵਰ ਆ ਜਿਹੜੇ 1099 ਜੀ ਉਹ ਅਨਐਮਪਲੋਇਮੈਂਟ 'ਤੇ ਨਹੀਂ ਜਾ ਸਕਦੇ, ਉਹ ਕੁਛ ਨਹੀਂ ਕਰ ਸਕਦੇ। ਬਹੁਤ ਟਾਈਟ ਉਹਨਾਂ ਦੇ ਲਈ ਜਗ੍ਹਾ ਛੱਡੀ ਹੈ ਕਿ ਜਿਹਦੇ ਵਿੱਚ ਉਹ ਕੋਈ ਐਸਾ ਮੇਰੇ ਖਿਆਲ April 10 ਨੂੰ ਉਹਨਾਂ ਦਾ ਸ਼ੁਰੂ ਹੋਣਾ ਆ ਇੰਡੀਪੈਂਡੈਂਟ ਕਾਂਟਰੈਕਟਰ ਦਾ ਜਿਹੜਾ ਐਪਲੀਕੇਸ਼ਨ ਹੈਗੀ ਆ ਲੋਨ ਦੀ। ਪਰ ਉਹਦੇ ਵਿੱਚ ਵੀ ਇੰਡੀਪੈਂਡੈਂਟ ਕਾਂਟਰੈਕਟ 'ਚ ਤੁਸੀਂ ਆ ਨਹੀਂ ਸਕਦੇ ਕਿਉਂਕਿ ਤੁਹਾਡਾ ਇਕੁਇਪਮੈਂਟ ਨਹੀਂ ਹੈਗਾ, ਤੁਹਾਡਾ ਕੁਝ ਉਹ ਨਹੀਂ ਹੈਗਾ ਤੁਹਾਡੇ ਕੋਲ। ਜਦੋਂ ਤੁਹਾਡਾ ਟੈਕਸ ਰਿਟਰਨ ਮੰਗੀ ਉਹਦੇ 'ਚ ਤੁਹਾਡੇ ਕੋਲ ਹੈ ਹੀ ਕੁਛ ਨਹੀਂ ਗਾ, ਇਕੁਇਪਮੈਂਟ ਦਾ ਤੁਸੀਂ ਕਿਸੇ ਦਾ ਚਲਾਉਂਦੇ ਆ। 1099 ਕਿੱਦਾਂ ਲੈ ਸਕਦੇ ਆ? ਇਹ 2 ਸਾਈਡਡ ਸੋਰਡ ਹੈਗੀ ਆ, 2 ਧਾਰੀ ਤਲਵਾਰ ਵੀ ਹੈਗੀ ਆ ਹੁਣ ਕਿ ਬਹੁਤ ਚੀਜ਼ਾਂ ਜਿਹੜੀਆਂ ਇਸ ਵੇਲੇ ਉਜਾਗਰ ਵੀ ਹੋ ਜਾਣੀਆਂ ਗੌਰਮੈਂਟ ਨੂੰ ਵੀ ਕੌਣ ਕੀ ਹੈ ਕਿੱਥੇ ਆ। ਸੋ ਇਹੋ ਹੀ ਚੀਜ਼ਾਂ ਨੂੰ ਆਪਾਂ ਉਜਾਗਰ ਕਰਦੇ ਰਹੇ ਹਾਂ ਰਾਜਕਰਨ ਪਿਛਲੇ ਬਹੁਤ ਪ੍ਰੋਗਰਾਮਾਂ ਉੱਦਾਂ ਚਲੋ ਜੀ ਬਿਲਕੁਲ। ਹਾਂਜੀ ਉਦੋਂ ਇਹ ਮਸਲਾ ਤਾਂ ਸੀਗਾ, ਪਰ ਚਲੋ ਇਹ ਆ ਵੀ ਹੁਣ ਇਹ ਆ ਵੀ ਮਿਲੂਗੀ ਨਹੀਂ ਮਿਲੂਗੀ ਡਿਫਰੈਂਟ ਗੱਲ ਆ। ਤੁਸੀਂ ਅਪਲਾਈ ਕਰ ਛੱਡੋ, ਵੱਧ ਤੋਂ ਵੱਧ ਨਾ ਹੀ ਕਰ ਦੇਣਗੇ। ਹਾਲ ਦੀ ਘੜੀ ਵੀ ਕੁਛ ਨਹੀਂ ਮਿਲਿਆ, ਜੇ ਐਕਸੈਪਟ ਹੋ ਗਿਆ ਤਾਂ ਗੁੱਡ ਆ, ਜੇ ਰਿਜੈਕਟ ਹੋ ਗਿਆ ਤਾਂ ਪਹਿਲਾਂ ਵੀ ਨਹੀਂ ਸੀ ਮਿਲੇ ਤਾਂ ਹੁਣ ਵੀ ਫਿਰ ਰਿਜੈਕਟ ਜਿਹੜਾ ਹੋ ਜਾਊਗਾ। ਸੋ ਪਰ ਇਹ ਆ ਵੀ ਇਹ ਹੁਣ ਤੁਹਾਨੂੰ ਆਪਣੇ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਬਿਜ਼ਨਸ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਇੰਪਲੋਇਮੈਂਟ ਕਰਦੇ ਹੋ ਉਸ ਨੂੰ ਮੁੜ ਵਿਚਾਰਨ ਦਾ ਇੱਕ ਵਕਤ ਹੈਗਾ ਆ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਕਿਰਨ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਸੀਗਾ ਕਿ ਜਿਹੜਾ ਪੀਪੀ ਰੋਲ ਹੁਣ ਸਟਾਰਟ ਹੋਇਆ ਆ ਉਹ ਸਿਰਫ ਲਾਈਕ ਸਿਟੀਜ਼ਨ ਵਾਸਤੇ ਆ ਕਿ ਵਰਕ ਪਰਮਿਟ ਵਾਲੇ ਵੀ ਅਪਲਾਈ ਕਰ ਸਕਦੇ ਆ? ਕੋਈ ਵੀ ਜਿਹੜਾ ਲੀਗਲ ਆ, ਜਿਨ੍ਹਾਂ ਦਾ ਸਟੇਟਸ ਲੀਗਲ ਹੈਗਾ ਆ। ਜੀ ਸਟੇਟਸ ਲੀਗਲ ਆ ਤੇ ਉਹਨਾਂ ਦਾ ਬਿਜ਼ਨਸ ਆ ਜੀ। ਓਕੇ, ਪਰ ਜਦੋਂ ਅਸੀਂ ਅਪਲਾਈ ਕਰਦੇ ਹਾਂ ਦੈਨ ਉਹ ਪੁੱਛਦੇ ਆ ਕਿ ਤੁਸੀਂ ਸਿਟੀਜ਼ਨ ਹੈਗੇ ਕਿ ਨਹੀਂ ਹੈਗੇ ਐਂਡ ਉਸ ਤੋਂ ਬਾਅਦ ਐਪਲੀਕੇਸ਼ਨ ਹੀ ਨਹੀਂ ਅੱਗੇ ਪ੍ਰੋਸੈਸ ਹੁੰਦੀ। ਤੁਸੀਂ ਕਿਹੜੀ ਗੱਲ ਕਰ ਰਹੇ ਹੋ? ਪੇਮੈਂਟ ਪ੍ਰੋਟੈਕਸ਼ਨ ਪਲਾਨ ਦੀ ਗੱਲ ਕਰ ਰਹੇ ਹੋ ਕਿ ਜਿਹੜਾ ਸਟੈਪ ਪ੍ਰੋਗਰਾਮ ਦੀ ਉਹਦੀ ਤਾਂ ਨਹੀਂ ਗੱਲ ਕਰ ਰਹੇ ਤੁਸੀਂ? ਪੇਮੈਂਟ ਪਲਾਨ ਵਾਲਾ ਜਿਹੜਾ ਪ੍ਰੋਗਰਾਮ ਹੈ। ਓਕੇ, ਪੀਪੀ ਰੋਲ ਜਿਹੜਾ ਪੇਰੋਲ ਆਇਆ। ਅੱਛਾ, ਉਹ ਚੈੱਕ ਕਰ ਲਾਂਗੇ ਕਿਉਂਕਿ ਮੈਂ ਤਾਂ ਖੁਦ ਭਰੀ ਸੀ ਐਪਲੀਕੇਸ਼ਨ, ਪਰ ਮੈਂ ਸਿਟੀਜ਼ਨ ਆ
ਸੋ ਉਹਦੇ ਬਾਰੇ ਕਿਤੇ ਬੈਂਕ ਦੇ ਉੱਤੇ ਤਾਂ ਨਹੀਂ ਜਿਹੜਾ ਡਿਫਰੈਂਸ ਹੈ? ਹਾਂਜੀ, ਕੁਐਸਚਨ ਜ਼ਰੂਰ ਹੈਗਾ ਵੀ ਆਰ ਯੂ ਸਿਟੀਜ਼ਨ ਨਹੀਂ ਹੋ ਸਕਦਾ। ਗੁੱਡ ਕੁਐਸਚਨ ਹੈਗਾ। ਆਪਾਂ ਬੈਂਕਿੰਗ ਜਿਹੜੇ ਕਰਦੇ ਹੈਗੇ ਉਹਨਾਂ ਨੂੰ ਆਪਾਂ ਰੀਚ ਆਊਟ ਉਹਨਾਂ ਨੂੰ ਪੁੱਛ ਸਕਦੇ ਆਪਾਂ। ਸੋ ਡੈਫੀਨਿਟਲੀ ਆਪਾਂ ਰੀਚ ਆਊਟ ਕਰਕੇ ਤੇ ਆਪਾਂ ਇਹਨੂੰ ਅਪਡੇਟ ਕਰ ਦਿਆਂਗੇ। ਸੋ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਸ ਦੇ ਉੱਤੇ ਜਿਹੜਾ ਆਪਾਂ ਜ਼ਰੂਰ ਤੁਹਾਨੂੰ ਅਪਡੇਟ ਕਰ ਦਾਂਗੇ ਪੁੱਛ ਕੇ ਜੀ। ਜ਼ਰੂਰ ਸੁਣਿਓ ਜੀ ਸ਼ਾਮ ਨੂੰ। ਥੈਂਕ ਯੂ ਜੀ। ਚਲੋ ਬਿਲਕੁਲ, ਕਿਉਂਕਿ ਇਹ ਜਿਹੜਾ ਮਸਲਾ, ਇਹ ਜਿਹੜਾ ਸਵਾਲ ਆ ਆਪਾਂ ਨੂੰ ਹਰ ਇੱਕ ਜਿਹੜੇ ਚਾਹੇ ਸਟਿਮੂਲਸ ਪੈਕੇਜ ਵਾਲਾ ਸੀਗਾ ਰਮਨ ਜੀ, ਹਰਜੋਤ ਜੀ, ਤੇ ਚਾਹੇ ਇਸ ਤੋਂ ਪਹਿਲਾਂ ਜਿਹੜੇ ਸੀਗੇ ਬਿਜ਼ਨਸ ਵਾਲੇ ਉਹਨਾਂ ਦੇ ਨਾਲ, ਕਿਉਂਕਿ ਬਿਜ਼ਨਸ ਤਾਂ ਅਲਾਉਡ ਹੈਗਾ, ਜਿਹੜਾ ਵਰਕ ਪਰਮਿਟ ਵਾਲਾ ਵੀ ਆ, ਗ੍ਰੀਨ ਕਾਰਡ ਵਾਲਾ ਵੀ, ਸਾਰੇ ਜਾਣੇ ਜਿਹੜੇ ਉਹ ਕਰੇ ਜਾਂਦੇ। ਇੱਕ ਨਵੀਂ ਚੀਜ਼ ਜਿਹੜੀ ਆਪਾਂ ਨੂੰ ਵੀ ਸੁਣਨ ਨੂੰ ਜਿਹੜੀ ਇਹ ਮਿਲੀ ਹੈਗੀ, ਜ਼ਰੂਰ ਆਪਾਂ ਪੁੱਛਾਂਗੇ ਜੀ। ਜਗਦੀਸ਼ ਜੀ ਅਗਲੇ ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਈ, ਮੈਂ ਖਾਲਸਾ ਫਤਿਹ ਭਾਈ। ਮੈਂ ਤਾਂ ਰਮਨਦੀਪ ਜੀ ਕਹਿੰਦੇ ਸੀ ਨਾ ਵੀ ਆਪਣਾ ਇੰਡੀਵਿਜੂਅਲ ਉਹਨਾਂ ਦੀ ਉਹ ਨਹੀਂ ਜਿੱਦਾਂ ਮਰਜ਼ੀ ਕਰ ਸਕਦੇ। ਸਾਡੇ ਇੱਥੇ ਪਾਇਲਟ ਵਾਲੇ ਆਪਣਾ ਪਟੇਲ ਬ੍ਰਦਰ ਵਾਲੇ ਚਾਰਜ ਜ਼ਿਆਦਾ ਕਰਦੇ ਸੀ ਜਰਸੀ ਦੇ ਵਿੱਚ, ਤੇ ਉਹਨਾਂ ਦੇ ਸਟੇਟ ਵਾਈਡ ਜਿੱਥੇ ਵੀ ਸੀ, ਇਵਨ ਸਾਡੇ ਇੰਡੀਆਨਾ 'ਚ ਉਹਨਾਂ ਦੇ ਸਟੋਰ ਸੀਗਾ, ਉਹ ਉਹਨਾਂ ਨੇ 2 ਵੀਕ ਲਈ ਬੰਦ ਕਰ ਦਿੱਤੇ ਸੀਗੇ। ਜਿਹੜੀ ਕਿ ਆਪਾਂ ਜਿੱਥੋਂ ਤੱਕ ਮੇਰਾ ਖਿਆਲ ਹੈ ਵੀ ਆਪਾਂ ਕੰਪਲੇਂਟ ਕਰ ਸਕਦੇ ਉਹਨਾਂ ਦੀ। ਬਿਲਕੁਲ ਜੀ, ਬਿਲਕੁਲ ਭਾਜੀ। ਇਹ ਰਾਕਨ ਜਿਹੜੀ ਗੱਲ ਸਹੀ ਆ, ਜਿਹੜੀ ਪ੍ਰੋਡਕਟ ਹੈਗਾ ਨਾ ਉਹਦੀ ਪ੍ਰਾਈਸਿੰਗ ਜਿਹੜੀ ਆ, ਪ੍ਰੋਡਕਟ ਪ੍ਰਾਈਸਿੰਗ ਤੁਸੀਂ ਚੇਂਜ ਕਰ ਸਕਦੇ ਹੋ, ਤੁਸੀਂ ਉਹਦੇ ਤੇ ਫਾਈਟ ਕਰ ਸਕਦੇ। ਜਿਹੜੀ ਇਹ ਇੱਦਾਂ ਦੀਆਂ ਫੀਸਾਂ ਹੈਗੀਆਂ ਨਾ, ਜਿਹੜੇ ਟਰੱਕ ਸਟਾਪ ਆ ਜਾਂ ਕੋਈ ਵੀ ਜਿਹੜਾ EFS ਨਾਲ ਜਾਂ ਕਿਸੇ ਵੀ ਨਾਲ ਉਹ ਡੀਲ ਕਰ ਰਿਹਾ ਹੈਗਾ, ਦੇ ਹੈਵ ਐਬਿਲਿਟੀ, ਉਹਨਾਂ ਦੇ ਕੋਲ ਐਬਿਲਿਟੀ ਹੁੰਦੀ ਆ ਕਿ ਆਪਣੀਆਂ ਫੀਸਾਂ ਐਡ ਕਰਾਉਣ ਦੀ ਸਟੇਟਮੈਂਟ 'ਚ। ਉਹ ਫੀਸ ਉਹਨਾਂ ਦੇ ਕੋਲੋਂ ਐਡ ਕਰਾ ਦੇਣਗੇ, EFS ਕੋਲੋਂ ਤੁਹਾਨੂੰ ਪ੍ਰੂਫ ਦੇ ਦੇਣਗੇ ਵੀ ਸਾਨੂੰ ਇੰਨਾ ਤਾਂ ਚਾਰਜ ਕਰ ਰਹੇ ਆ, ਅਸੀਂ ਇਸ ਕਰਕੇ ਚਾਰਜ ਕਰ ਰਹੇ ਹਾਂ। ਸੋ ਇਹ ਜਿਹੜਾ ਕੰਮ ਹੈਗਾ ਨਾ, ਇਹਦੇ ਵਿੱਚ ਇਹ ਸਿੱਧਾ ਨਹੀਂ ਹੁੰਦਾ। ਜੇ ਤੁਸੀਂ ਸਮਾਨ ਪਿਆ ਸ਼ਾਪ ਤੇ ਉਹਦਾ ਰੇਟ ਵਧਾਇਆ, ਉਹ ਅਸੀਂ ਫੜ ਸਕਦੇ ਹਾਂ, ਪਰ ਇਹਨਾਂ ਚੀਜ਼ਾਂ ਨੂੰ ਜਿਹੜਾ ਥੋੜਾ ਜਿਹਾ ਫੜਨਾ ਜਿਹੜਾ ਆ ਉਹ ਔਖਾ ਹੁੰਦਾ। ਤਾਂ ਕਰਕੇ ਮੈਂ ਇਹ ਗੱਲ ਕੀਤੀ ਸੀ ਕਿ ਇੰਡੀਵਿਜੂਅਲ ਹੈ, ਔਰ ਇਹ ਚੀਜ਼ਾਂ ਹੁੰਦੀਆਂ ਹੈਗੀਆਂ ਕਿ ਤੁਸੀਂ ਆਪਣੀ ਸਟੇਟਮੈਂਟ ਦੇ ਉੱਤੇ ਐਡ ਕਰਵਾ ਸਕਦੇ ਆ ਜਿਹੜੀ ਤੁਹਾਡੀ ਫੀਸ ਹੈਗੀ ਆ। ਜੀ ਜੀ ਬਿਲਕੁਲ। ਸੋ ਬਿਲਕੁਲ ਬਹੁਤ ਸਾਰੇ ਜਿਹੜੇ ਸਵਾਲ ਇਸ ਦੇ ਨਾਲ ਜਿਹੜੇ ਸੰਬੰਧਿਤ ਆ ਉਹ ਸੀਗੇ। ਬਹੁਤ ਸਾਰੀਆਂ ਜਿਹੜੀਆਂ ਅਪਡੇਟਸ ਆ। ਦੇਖੋ ਇਹ ਜਿਹੜਾ ਕਰੋਨਾ ਵਾਇਰਸ ਦਾ ਜਿਹੜਾ ਪੈਨੇਡੈਮਿਕ ਹੈਗਾ ਆ, ਇਹ ਆਪਾਂ ਪਹਿਲੀ ਵਾਰੀ ਇਸ ਦੇ ਵਿੱਚੋਂ ਲੰਘ ਰਹੇ ਹਾਂ ਸਾਰੇ ਜਾਣੇ। ਸੋ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਇਸ ਦੇ ਵਿੱਚ ਸਾਥ ਦੀ, ਮਦਦ ਦੀ ਜਿਹੜੀ ਉਹ ਜ਼ਰੂਰਤ ਆ। ਇੱਕ ਦੂਜੇ ਦਾ ਆਪਾਂ ਹੌਸਲਾ ਜਿਹੜਾ ਉਹ ਵੱਧ ਤੋਂ ਵੱਧ ਵਧਾਈਏ, ਤਾਂ ਜੋ ਜਿਹੜੇ ਆਪਾਂ ਇੱਕ ਦੂਜੇ ਦੀ ਮਦਦ ਕਰਦੇ ਹੋਏ ਇਸ ਮਾੜੇ ਸਮੇਂ ਦੇ ਵਿੱਚੋਂ ਲੰਘ ਸਕੀਏ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਆ, ਧਿਆਨ ਜਿਹੜਾ ਆਪਾਂ ਜ਼ਰੂਰ ਇਸ ਦੇ ਪ੍ਰਤੀ ਦਿੰਦੇ ਜਾਈਏ। ਬਾਕੀ ਟਰੱਕਿੰਗ ਦਾ ਜਿੱਦਾਂ ਰਮਨ ਜੀ ਨੇ ਦੱਸਿਆ ਆ ਵੀ ਉਤਾਰ ਚੜਾਵ ਤਾਂ ਦੇਖੋ ਆਉਣੇ ਹੀ ਆਉਣੇ ਆ, ਅਤੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਹਰਜੋਤ ਜੀ, ਰਮਨ ਜੀ, ਇਹ ਜਿਹੜਾ AB9 ਦਾ ਜਿਹੜਾ AB5 ਦਾ ਜਿਹੜਾ ਮਸਲਾ ਸੀਗਾ, ਇਸ ਨੇ ਜੱਗ ਜ਼ਾਹਰ ਕਰ ਦਿੱਤਾ। ਹੁਣ ਇਸ ਪੈਨੇਡੈਮਿਕ ਨੇ ਜੱਗ ਜ਼ਾਹਰ ਕਰ ਦਿੱਤਾ ਕਿਉਂ ਲੋਕ ਰੌਲਾ ਪਾਉਂਦੇ ਸੀਗੇ ਵੀ ਭਾਈ W2 ਦੇ ਉੱਤੇ ਜਿਹੜੇ ਜੇ ਕਿਸੇ ਇੰਪਲੋਇਰ ਦੇ ਅਧੀਨ ਕਰ ਰਹੇ ਹੋ ਤਾਂ ਕਿਉਂ ਤੁਹਾਨੂੰ W2 ਦੇ ਉੱਤੇ ਹੀ ਕੰਮ ਕਰਨਾ ਜਿਹੜਾ ਉਹ ਚਾਹੀਦਾ ਹੈਗਾ। ਵੀ ਦੇਖੋ ਹੁਣ ਅਦਰਵਾਈਜ਼ ਉਹ ਇਹ ਸਵਾਲ ਕਰਨ ਦੀ ਪੁੱਛਣ ਦੀ ਨੌਬਤ ਹੀ ਨਹੀਂ ਸੀ ਆਉਣੀ ਵੀ ਮੈਂ ਕੰਮ ਕਰਦਾ ਜੀ, ਮੈਂ 1099 ਲੈਂਦਾ ਸੀਗਾ ਅਤੇ ਮੈਂ ਕੀ ਅਪਲਾਈ ਕਰ ਸਕਦਾ ਜਾਂ ਨਹੀਂ ਕਰ ਸਕਦਾ। ਜੇ ਤੁਸੀਂ ਅਨਇੰਪਲੋਇਮੈਂਟ ਇੰਸ਼ੋਰੈਂਸ ਜਿਹੜੀ ਉਹ ਕਟਾ ਰਹੇ ਸੀਗੇ ਆਪਣੇ W2 ਦੇ ਵਿੱਚੋਂ ਕਟਾਉਂਦੇ ਸੀਗੇ ਤਾਂ ਆਟੋਮੈਟਿਕਲੀ ਤੁਸੀਂ ਉਸ ਦੇ ਲਈ ਐਲੀਜੀਬਲ ਜਿਹੜਾ ਹੋ ਜਾਣਾ ਸੀਗਾ। ਸੋ ਇਹ ਜ਼ਰੂਰ ਆਪਾਂ ਨੂੰ ਇੱਕ ਆਨਲਾਈਨ ਵੀ ਕੁਐਸਚਨ ਹੈਗਾ ਨੀਤੂ ਧਨੋਆ ਹੋਣਾ ਦਾ ਕਿ ਵਾਟ ਅਬਾਊਟ 1099 ਅਨਇੰਪਲੋਇਮੈਂਟ। ਅਗੇਨ ਉਹੀ ਰਾਜ ਆ ਗਿਆ ਕਿ ਜੇ ਤੁਸੀਂ ਜਿਹੜੀ ਅਨਇੰਪਲੋਇਮੈਂਟ ਤੁਹਾਨੂੰ ਚੈੱਕ ਮਿਲਣਾ ਨਾ, ਉਹ ਤੁਹਾਡੀ ਇੰਸ਼ੋਰੈਂਸ ਲਈ ਆ। ਜਿਹੜਾ ਤੁਸੀਂ W2 ਲੈਂਦੇ ਹੋ ਉਹਦੇ ਵਿੱਚ ਤੁਹਾਡਾ ਚੈੱਕ 'ਚ ਪੈਸੇ ਕੱਟੇ ਜਾਂਦੇ ਉਸ ਇੰਸ਼ੋਰੈਂਸ ਦੇ। ਜੇ ਉਹ ਤੁਸੀਂ ਇੰਸ਼ੋਰੈਂਸ ਨਹੀਂ ਲਈ ਉਹਦਾ ਬੈਨੀਫਿਟ ਨਹੀਂ ਮਿਲਣਾ। ਸੋ ਸਿੰਪਲ ਇਜ਼ ਦੈਟ ਕਿ 1099 ਦਾ ਅਨਇੰਪਲੋਇਮੈਂਟ ਜਿਹੜਾ ਕਲੇਮ ਉਹ ਨਹੀਂ ਹੋ ਸਕਦਾ ਜੀ। ਸੋ ਉਹਨੇ ਅਲਾਓ ਕੀਤਾ ਹੈਗਾ ਕੁਛ ਇਹਨਾਂ ਨੂੰ ਜਿਹੜੇ ਹੈਗੇ ਆ। ਹਾਂਜੀ, ਕੁਛ ਕੀਤਾ ਹੈ ਭਾਜੀ, ਪਰ ਉਹਦੇ ਵਿੱਚ ਅਗੇਨ ਉਹਦੇ ਵਿੱਚ ਫਿਰ ਕੰਪਲੀਕੇਸ਼ਨ ਜਿਹੜੀਆਂ ਫਿਰ ਜੇ ਤੁਸੀਂ ਅੱਜ ਉਸ ਪੈਸੇ ਲਈ $200-400 ਲਈ ਤੁਸੀਂ ਕਰਦੇ ਹੈਗੇ ਆ ਤੇ ਫਿਰ ਕੰਪਲੀਕੇਸ਼ਨ ਤੁਹਾਡੇ ਲਈ ਵੀ ਆ ਸਕਦੀਆਂ ਹੈਗੀਆਂ ਫਿਊਚਰ ਦੇ ਵਿੱਚ, ਬਿਕਾਜ਼ ਦੈਨ ਤੁਸੀਂ ਵੀ ਲਾਇਬਲ ਹੈਗੇ ਆ ਕਿ ਤੁਸੀਂ ਇੱਕ ਬਿਜ਼ਨਸ ਟੈਕਸ ਭਰਿਆ, ਉਹ ਇੱਕ ਐਜ਼ ਅ ਬਿਜ਼ਨਸ ਦੇ ਤੌਰ ਤੇ ਤੁਸੀਂ ਉਹ 'ਚ ਡਿਡਕਸ਼ਨਾਂ ਲਈਆਂ ਹੋਣਗੀਆਂ। ਕਿਉਂਕਿ ਜੇ ਤੁਸੀਂ 1099 ਲਿਆ ਫਿਰ ਤੁਸੀਂ ਇਹ ਦੱਸਿਆ ਹੋਊਗਾ ਵੀ ਮੇਰੀ ਪੇਮੈਂਟ ਵੀ ਆ, ਮੇਰਾ ਆ ਵੀ ਆ, ਮੇਰਾ ਉਹ ਵੀ ਆ, ਤੇ ਉਹ ਚੀਜ਼ਾਂ ਦੇ ਵਿੱਚ ਫਿਰ ਜ਼ਿਆਦਾ ਕੰਪਲੀਕੇਸ਼ਨ ਖੜੀਆਂ ਹੋ ਸਕਦੀਆਂ। ਚਾਂਸਿਸ ਆਰ ਦੇਅਰ ਜੀ ਜੀ। ਸੋ ਬਿਲਕੁਲ ਹੁਣ ਤੁਸੀਂ ਦੇਖੋ ਨਾ ਵੀ ਜੇ ਕਈ 1099 ਤੇ ਆ ਫਿਰ ਤੁਸੀਂ ਇਨਕਮ ਘੱਟ ਸ਼ੋਅ ਕਰਦੇ ਹੈਗੇ ਆ,
ਜੇ ਹੁਣ W2 ਤੇ ਪੇਰੋਲ ਤੇ ਹੋਣਗੇ, ਐਵਰੇਜ ਟਰੱਕਰ ਜਿੱਦਾਂ 50 ਤੋਂ 60 ਹਜ਼ਾਰ ਦੇ ਵਿੱਚ ਉਹਦੀ ਸੈਲਰੀ ਹੁੰਦੀ ਹੈਗੀ, ਆਪਾਂ ਐਵਰੇਜ ਦੇਖਦੇ ਹਾਂ, ਅਤੇ ਉਹਦੇ ਹਿਸਾਬ ਨਾਲ ਤੁਹਾਨੂੰ ਅਨਪਲਾਇਮੈਂਟ ਵੀ ਜ਼ਿਆਦਾ ਮਿਲਣੀ। ਹੁਣ ਇਸ ਵਾਰੀ ਤਾਂ ਇਹ ਵੀ ਸੀ ਵੀ ਅਨਪਲਾਇਮੈਂਟ ਪਲੱਸ $600 ਪਰ ਵੀਕ ਦੇਣਾ ਹੈਗਾ ਗੌਰਮੈਂਟ ਨੇ, ਫੈਡਰਲ ਗੌਰਮੈਂਟ ਨੇ। ਸੋ ਹੁਣ ਜੇ $450 ਇੱਕ ਵੀਕ ਦੀ ਕਿਸੇ ਦੀ $600 ਉੱਤੋਂ ਜਿਹੜੀ ਮਿਲ ਗਿਆ, ਅਤੇ $1040 ਪਰ ਵੀਕ ਤੁਹਾਡਾ $4000 ਦੇ ਕਰੀਬ ਬਣ ਜਾਂਦਾ ਹੈਗਾ ਪਰ ਮੰਥ। ਇਹ ਤੁਸੀਂ ਜਿੱਦਾਂ ਰੈਗੂਲਰ ਚਾਹੇ ਜੋਬ ਕਰਦੇ ਤੁਹਾਨੂੰ ਘਾਟਾ ਨਹੀਂ ਇੰਨਾ ਜ਼ਿਆਦਾ ਪੈਂਦਾ ਹੈਗਾ। ਠੀਕ ਹੈ, ਬਿਲਕੁਲ। ਇੱਕ ਹੋਰ ਆਪਣਾ ਨੂੰ ਹੈਗਾ ਕਿ ਗੋਲਡੀ ਸਿੰਘ ਹੁਣਾਂ ਨੂੰ ਕੁਐਸਚਨ ਹੈਗਾ ਕਿ ਆਲ ਓਨਰ ਆਪਰੇਟਰਸ ਆਰ ਔਨ 1099। ਓਨਰ ਆਪਰੇਟਰ ਜਿਹੜੇ ਆ ਉਹ ਬਿਜ਼ਨਸ ਓਨਰ ਹੈਗੇ, ਉਹਨਾਂ ਦਾ ਬਿਜ਼ਨਸ ਹੈਗਾ, ਸੋ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਆ ਉਹ April 10 ਨੂੰ ਖੁੱਲਣੀ ਹੈਗੀ ਆ ਫॉर ਦ ਲੋਨਸ। ਸੋ ਜਿਹੜੇ ਓਨਰ ਆਪਰੇਟਰ ਹੈਗੇ ਆ 1099 ਤੇ ਉਹਨਾਂ ਦਾ ਬਿਜ਼ਨਸ ਆ, ਤੇ ਉਹ ਹੱਕ ਰੱਖਦੇ ਆ 1099 ਲੈਣ ਦਾ। ਸੋ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਆ ਉਹ 10 April ਨੂੰ ਖੁੱਲਣੀ ਜੀ। ਸੋ ਉਹਦੇ 'ਚ ਵੀ ਮੈਂ ਰਮਨ ਜੀ ਦੇਖਦਾ ਸੀ ਨਾ ਵੀ ਬਹੁਤ ਸਾਰੇ ਜਿਹੜੇ ਸੈਲਫ ਇੰਪਲਾਇਡ ਆ, ਜਿਹੜੇ 1099 ਤੇ ਆ, ਉਹਨਾਂ ਨੇ ਟੈਕਸ ਮੰਗਣੇ ਆ। ਹੁਣ ਟੈਕਸ ਜੇ ਆਪਾਂ ਟੈਕਸ ਹੀ 15-20 ਹਜ਼ਾਰ ਸ਼ੋਅ ਕਰਦੇ ਹਾਂ ਜਾਂ ਨੈਗੇਟਿਵ ਸ਼ੋਅ ਕਰਦੇ ਹਾਂ, ਤੇ ਤੁਹਾਨੂੰ ਜਿਹੜਾ ਲੋਨ ਆ ਉਹ ਵੀ ਉਸ ਹਿਸਾਬ ਨਾਲ ਹੀ ਮਿਲਣਾ। ਇਹ ਮੇਕ ਸ਼ੋਰ ਗੱਲ ਹੋ, ਇੱਦਾਂ ਨਾ ਕਰੋ। ਗੱਲ ਦੇਖੋ ਜੀ, ਗੱਲ ਉਹੀ ਹੈ ਨਾ ਕਿ ਭਾਜੀ ਕੰਨ ਸਿੱਧਾ ਨਹੀਂ ਫੜਨਾ, ਕੰਨ ਘੁੰਮ ਕੇ ਫੜਿਆ ਜਾਣਾ। ਜੀ ਜੀ, ਠੀਕ ਹੈ ਨਾ। ਸੋ ਉਹ ਅਲਟੀਮੇਟਲੀ ਹੁਣ ਇਹ ਚੀਜ਼ਾਂ ਸਾਨੂੰ ਮੇਰੇ ਖਿਆਲ ਦੇ ਵਿੱਚ ਬਹੁਤ ਵੱਡੇ ਲੈਸਨ ਸਾਨੂੰ ਲਰਨ ਕਰਨ ਨੂੰ ਮਿਲ ਰਹੇ ਆ ਇਸ ਵੇਲੇ, ਇਸ ਪੈਂਡੈਮਿਕ ਦੇ ਵਿੱਚ, ਇਸ ਔਖੀ ਘੜੀ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਲੈਸਨਸ ਲਰਨ ਕਰਨ ਨੂੰ ਮਿਲ ਰਹੇ ਕਿ ਅਸੀਂ ਕਿੱਦਾਂ ਦਾ ਕੰਮ ਕੀਤਾ ਸੀ, ਉਹਦੇ ਅੱਜ ਸਾਨੂੰ ਰਿਪਰਕਸ਼ਨਸ, ਉਹਦੇ ਸਾਨੂੰ ਇਫੈਕਟ ਕਿੱਦਾਂ ਦੇ ਮਿਲ ਰਹੇ। ਜੀ ਜੀ ਜੀ, ਬਿਲਕੁਲ ਬਿਲਕੁਲ। ਸੋ ਇੱਕ ਜਣੇ ਪੁੱਛ ਰਹੇ ਨੇ ਵੀ ਉਹਨਾਂ ਦੇ ਜਿਹੜੇ ਹਸਬੈਂਡ ਕਹਿੰਦੇ ਵੀ ਯੂਟਾ ਨੂੰ ਜਿਹੜੇ ਉਹ ਜਾਂਦੇ ਨੇ ਫਾਈਨਲ ਡੈਸਟੀਨੇਸ਼ਨ, ਹਾਂ ਉਹਨਾਂ ਨੂੰ ਫਾਰਮ ਭਰਨਾ ਪੈਣਾ। ਉਹਨਾਂ ਨੇ ਜੀਓ ਟੈਗਿੰਗ ਕੀਤੀ ਆ। ਇਹ ਮੈਂ ਇਸ ਦੇ ਵਿੱਚ ਥੋੜ੍ਹਾ ਜਿਹਾ ਖਬਰ ਦੇ ਵਿੱਚ ਹੋਰ ਐਡੀਸ਼ਨ ਕਰ ਦਵਾਂ। ਉਹਨਾਂ ਨੇ ਜੀਓ ਟੈਗਿੰਗ ਕੀਤੀ ਹੈ, ਜਿਹੜੇ ਵੱਖ-ਵੱਖ ਰਾਹਾਂ ਦੇ ਜ਼ਰੀਏ ਜਦੋਂ ਤੁਸੀਂ ਐਂਟਰ ਕਰਨੇ ਯੂਟਾ ਦੇ ਵਿੱਚ, ਜਦੋਂ ਉਸ ਇਲਾਕੇ ਦੇ ਵਿੱਚ ਆਉਣਾ, ਬਾਰਡਰ ਦੇ ਨਜ਼ਦੀਕ ਤੁਹਾਨੂੰ ਆਉਣਾ, ਤੁਹਾਡੇ ਫੋਨ ਦੇ ਉੱਤੇ ਉਹ ਮੈਸੇਜ ਆ ਜਾਣਾ, ਲਿੰਕ ਆ ਜਾਣਾ, ਅਤੇ ਉਹ ਫਾਰਮ ਤੁਹਾਨੂੰ ਜਿਹੜਾ ਔਨਲਾਈਨ ਹੀ ਉੱਥੇ ਜਿਹੜਾ ਉਹ ਭਰਨਾ ਪੈਣਾ ਆ ਵੀ ਤੁਹਾਡਾ ਟੈਸਟ ਹੋਇਆ ਆ ਨਹੀਂ ਹੋਇਆ। ਜਿਹੜੇ ਵੀ ਸਵਾਲ ਹੋਣਗੇ, ਆਪਾਂ ਤਾਂ ਫਾਰਮ ਉਹ ਦੇਖਿਆ ਨਹੀਂ ਆ। ਸੋ ਪਰ ਜਦੋਂ ਵੀ ਉਹ ਆਊਗਾ ਅਤੇ ਉਹ ਫਾਰਮ ਜਿਹੜਾ ਆਊਗਾ, ਜੇ ਉਸ ਦੀ ਫੋਟੋ ਤਸਵੀਰ ਕੋਈ ਘੱਲੂਗਾ ਤਾਂ ਆਪਾਂ ਜਿਹੜਾ ਆਪਣੇ ਬਾਕੀਆਂ ਦੇ ਨਾਲ ਵੀ ਜਿਹੜੀ ਆ ਉਹ ਸਾਂਝੀ ਜਿਹੜੀ ਉਹ ਕਰ ਦੇਵਾਂਗੇ। ਅਤੇ ਬਾਕੀ ਉਹ ਉੱਥੇ ਉਹਨਾਂ ਨੂੰ ਜੀਓ ਟੈਗ ਦੇ ਹਿਸਾਬ ਦੇ ਨਾਲ ਜਦੋਂ ਬਾਰਡਰ ਦੇ ਨਜ਼ਦੀਕ ਹੋਣਗੇ ਆਟੋਮੈਟਿਕਲੀ ਆ ਜਾਣਾ। ਅਤੇ ਬਾਕੀ ਜਿਹੜੇ ਉਤਰ ਰਹੇ ਹੋਣਗੇ ਫਲਾਈ ਕਰਕੇ ਯੂਟਾ ਦੇ ਵਿੱਚ, ਜਿਨ੍ਹਾਂ ਨੇ ਲੈਂਡ ਕਰਨਾ ਹੈ, ਉਹਨਾਂ ਨੂੰ ਵੀ ਉਹ ਆਟੋਮੈਟਿਕਲੀ ਉੱਥੇ ਫੋਨ ਦੇ ਉੱਤੇ ਆ ਜਾਊਗਾ, ਜਾਂ ਜਿੱਦਾਂ ਆਪਾਂ ਜਹਾਜ਼ ਦੇ ਵਿੱਚ ਜਿਹੜਾ ਫਾਰਮ ਆ ਉਹ ਉੱਥੇ ਭਰਾ ਲਿਆ ਜਾਊਗਾ। ਸੋ ਬਿਲਕੁਲ ਜਿਹੜੇ ਹਾਈਵੇਜ਼ ਰਾਹੀਂ ਰਾਜਵੀਰ ਹੁਣਾਂ ਦਾ ਇੱਕ ਕੁਐਸਚਨ ਹੈਗਾ ਜੀ ਆਨਲਾਈਨ ਆਪਾਂ ਨੂੰ ਫੇਸਬੁੱਕ ਤੇ ਹੈਗਾ ਕਿ ਉਹ W2 ਹੈਗੇ ਆ ਤੇ ਉਹਨਾਂ ਨੂੰ ਕੋਈ ਇਕਨੋਮਿਕ ਬੈਨੀਫਿਟ ਮਿਲ ਰਿਹਾ। ਸੋ W2 ਤੇ ਹੈਗੇ ਆ, ਸਾਨੂੰ ਵੱਡਾ ਬੈਨੀਫਿਟ ਹੈਗਾ ਕਿ ਉਹਨਾਂ ਨੂੰ ਅਨਐਮਪਲੋਇਮੈਂਟ ਇੰਸ਼ੋਰੈਂਸ ਜਿਹੜੀ ਇੱਕ ਰਾਜਵੀਰ ਜੀ ਜ਼ਰੂਰ ਦੇਖਿਓ ਵੀ ਜੇ ਤਾਂ ਜੌਬ ਚੱਲ ਰਹੀ ਆ ਫਿਰ ਨਹੀਂ, ਜੇ ਘੰਟੇ ਘਟੇ ਆ ਤੇ ਜੇ ਜੌਬ ਨਹੀਂ ਹੈਗੀ ਤਾਂ ਜਿਹੜਾ ਅਨਐਮਪਲੋਇਮੈਂਟ ਫਾਈਲ ਕਰ ਸਕਦੇ ਆ। ਲੇ ਆਫ ਮਸਟ ਆ। ਜੇ ਤੁਹਾਨੂੰ ਫਾਇਰ ਕੀਤਾ ਗਿਆ, ਜੇ ਤੁਹਾਡਾ ਸਟਿਲ ਅਜੇ ਕੰਮ ਚੱਲ ਰਿਹਾ ਔਰ ਤੁਸੀਂ ਆਪਣੀ ਮਰਜ਼ੀ ਨਾਲ ਘਰ ਬੈਠ ਗਏ ਹੈਗੇ ਆ, ਦੈਨ ਇਟਸ ਹਾਰਡ। ਜੀ ਉਹਦੇ ਵਿੱਚ ਜਿਹੜਾ ਉਹ ਨਹੀਂ ਹੋਣਾ, ਤੇ ਜਾਂ ਜੇ ਤੁਹਾਡੇ ਘੰਟੇ ਕਾਫੀ ਜ਼ਿਆਦਾ ਘਟ ਗਏ ਨੇ ਤਾਂ ਉਸ ਸਿਲਸਿਲੇ ਦੇ ਵਿੱਚ ਵੀ ਉਹ ਕਹਿੰਦੇ ਆ ਵੀ ਉਹ ਤੁਸੀਂ ਅਨਐਮਪਲੋਇਮੈਂਟ ਜਿਹੜੀ ਉਹ ਭਰ ਸਕਦੇ ਹੈਗੇ ਆ। ਸੋ ਮਰਜ਼ੀ ਦੇ ਨਾਲ ਘਰ ਬੈਠਣ ਵਾਲੇ ਆਈ ਥਿੰਕ ਉਹ ਸਿਟੀਆਂ ਵਾਲੇ ਜਾਂ ਉਹ ਕਾਊਂਟੀ ਵਾਲੇ ਕਰ ਦਿਓ। ਜੇ ਉਹਨਾਂ ਨੇ ਕਿਹਾ ਵੀ ਆਹ ਉਮਰ ਤੋਂ ਉੱਤੇ ਵਾਲਿਆਂ ਨੂੰ ਅਸੀਂ ਕੰਮ ਤੇ ਜਾਣ ਤੋਂ ਇਨਕਾਰ ਕਰ ਰਹੇ ਹਾਂ, ਵੀ ਮਨਾ ਕਰ ਰਹੇ ਹਾਂ ਵੀ ਤੁਸੀਂ ਨਾ ਜਾਓ, ਤਾਂ ਉਹ ਮੇਬੀ ਜਿਹੜਾ ਉਹ ਅਪਲਾਈ ਜਿਹੜਾ ਉਹ ਕਰ ਸਕਦੇ ਨੇ। ਅਦਰਵਾਈਜ਼ ਬਾਕੀ ਥਾਵਾਂ ਦੇ ਉੱਤੇ ਜੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਛੱਡ ਰਹੇ ਹੋ ਤਾਂ ਮੁਸ਼ਕਿਲ ਆ। ਇੱਕ ਜਿਹੜੀ ਆਪਾਂ ਦੱਸਦੇ ਜਾਈਏ, 17 ਮਿਲੀਅਨ ਲੋਕਾਂ ਦੀ ਜੌਬ ਲੂਜ਼ ਹੋ ਚੁੱਕੀ ਆ। 17 ਮਿਲੀਅਨ ਲੋਕਾਂ ਨੇ ਅਨਐਮਪਲੋਇਮੈਂਟ ਫਾਈਲ ਕੀਤੀ ਹੈ। ਅਜੇ ਉਹਨਾਂ ਦੇ ਵਿੱਚ ਹਰਜੋਤ ਸਿੰਘ ਜੀ ਹਜ਼ਾਰਾਂ ਹੀ ਲੱਖਾਂ ਹੋਰ ਵੀ ਹੋਣਗੇ, ਜਿੱਦਾਂ ਇਹ 1099 ਵਾਲੇ ਆ ਜਿਹੜੇ ਉਹ ਐਲੀਜੀਬਲ ਹੀ ਨਹੀਂ ਹੋਏ ਇਹਨਾਂ ਦੇ ਕਰਕੇ, ਜਾਂ ਜਿਨ੍ਹਾਂ ਦਾ ਕੋਈ ਲੀਗਲ ਸਟੇਟਸ ਹੀ ਨਹੀਂ ਆ, ਜਿਹੜੇ ਸਿਰਫ ਕੈਸ਼ ਦੇ ਉੱਤੇ ਹੀ ਕੰਮ ਕਰਦੇ ਸੀਗੇ। ਅਜਿਹੇ ਬਹੁਤ ਜਿਹੜੇ ਉਹ ਲੋਕ ਨੇ ਜਿਨ੍ਹਾਂ ਉੱਤੇ ਜਿਹੜੀ ਕਾਫੀ ਭਾਰੀ ਜਿਹੜੀ ਮਾਰ ਆ ਇਸ ਦੇ ਕਰਕੇ ਪੈ ਰਹੀ ਆ। ਸੋ ਰੱਬ ਦਾ ਸ਼ੁਕਰ ਮਨਾਓ, ਜਿਨ੍ਹਾਂ ਦੇ ਕੋਲ ਕੰਮ ਹੈਗਾ ਆ, ਆਪਣਾ ਮਨ ਲਾ ਕੇ ਕੰਮ ਜਿਹੜਾ ਉਹ ਕਰੀ ਚੱਲੋ। ਆਉਣ ਵਾਲੇ ਦਿਨ ਪਤਾ ਨਹੀਂ ਕਿੱਦਾਂ ਦੇ ਜਿਹੜੇ ਉਹ ਆਪਣੇ ਹੋਣੇ ਨੇ। ਸੋ ਉਸ ਦੇ ਵਿੱਚੋਂ ਆਪਾਂ ਮਿਲ ਜੁਲ ਕੇ ਇੱਕ ਦੂਜੇ ਦੇ ਸਾਥ ਦੇ ਕੇ ਜਿਹੜਾ ਆ ਆਪਾਂ ਨੂੰ ਇਸ ਵਿੱਚੋਂ ਲੰਘਣ ਦੀ ਜ਼ਰੂਰਤ ਹੈਗੀ ਆ। ਬਿਲਕੁਲ ਰਾਜ, ਜਿਹੜਾ ਇੱਕ ਹੋਰ ਸਨੀ ਗਰੇਵਾਲ ਹੋਣਾ ਨੇ ਕਿਹਾ ਕਿ ਜਿਹੜੀ ਆਪਣੀਆਂ ਓਨਰ ਆਫਸ ਦੀਆਂ ਜਿਹੜੀਆਂ ਐਪਲੀਕੇਸ਼ਨ ਕੱਲ ਨੂੰ ਖੁੱਲ ਰਹੀਆਂ ਹੈਗੀਆਂ, ਉਹਦੇ ਬਾਰੇ ਥੋੜਾ ਜਿਹਾ ਉਹਦੇ ਬਾਰੇ ਚ ਜੇ ਸਾਨੂੰ ਵੀ ਪੂਰਾ ਖੁੱਲ ਕੇ ਨਹੀਂ ਪਤਾ ਹੈਗਾ, ਬਟ ਜਿੰਨੇ ਵੀ ਆਪਣੇ ਹੈਗੇ ਆ ਇੰਡੀਪੈਂਡੈਂਟ ਕਾਂਟਰੈਕਟਰ ਤੁਸੀਂ ਯੂਜ਼ ਕਰਨਾ ਹੈ, ਓਨਰ ਆਪਰੇਟਰ ਨਹੀਂ ਯੂਜ਼ ਕਰਨਾ ਨਾ। ਸੋ ਤੁਸੀਂ ਇਹ ਆਪਣਾ ਜਿਹੜਾ ਆ ਰਿਲੀਫ ਪੈਕੇਜ
ਵੇਜ ਫॉर ਇੰਡੀਪੈਂਡੈਂਟ ਕੰਟਰੈਕਟਰ ਤੇ ਆਪਣੇ ਬੈਂਕ ਦਾ ਨਾਮ ਸਰਚ ਕਰਨਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਾਂਸ ਇਟ ਵਿਲ ਓਪਨ ਟੁਮਾਰੋ ਤਾਂ ਆਪਾਂ ਨੂੰ ਪਤਾ ਲੱਗੂਗਾ ਕਿ ਕੀ ਉਹਦੇ ਵਿੱਚ ਹੈਗਾ, ਕਿਉਂਕਿ ਮੋਸਟ ਬੈਂਕਸ ਜਿਹੜੇ ਆ ਐਵਰੀ ਡੇ ਉਹਨਾਂ ਦੀਆਂ ਗਾਈਡਲਾਈਨਸ, ਐਵਰੀ ਡੇ ਉਹਨਾਂ ਦਾ ਸਾਰਾ ਕੁਛ ਜਿਹੜਾ ਆ ਬਹੁਤ ਤੇਜ਼ੀ ਦੇ ਨਾਲ ਜਿਹੜਾ ਆ ਉਹ ਮਤਲਬ ਕਿ ਚੇਂਜ ਹੁੰਦਾ ਆ, ਚੇਂਜ ਹੋ ਰਿਹਾ ਇਸ ਵੇਲੇ। ਸੋ ਉਹਨਾਂ ਨੂੰ ਇਹ ਚੀਜ਼ ਜਿਹੜੀ ਆ ਇਹ ਕਰਨ ਦੀ ਲੋੜ ਹੈਗੀ। ਜਸਵੀਰ ਸੋਹੀ ਉਹਨਾਂ ਦਾ ਕੁਐਸਚਨ ਹੈਗਾ ਕਿ ਉਹ ਵਰਕਿੰਗ 2 years ਅਰਲੀਅਰ ਬਟ ਨਾਓ 1099 ਦੇ ਉੱਤੇ, ਤੇ ਉਹਨਾਂ ਨੂੰ ਵੀ ਅਗੇਨ ਜੇ ਤਾਂ ਉਹ ਅਜੇ ਰੀਸੈਂਟਲੀ ਹੁਣੇ 1099 ਤੇ ਆਏ ਆ ਤੇ ਹੀ ਸਟਿਲ ਕੈਨ ਫਾਈਲ ਅਨਇੰਪਲੋਇਮੈਂਟ ਕਲੇਮ, ਕਿਉਂਕਿ ਉਹਦੇ 'ਚ 18 ਮਹੀਨੇ ਦੀ ਤੁਹਾਡੀ ਪਿੱਛੇ ਜਾਂਦੇ ਆ। ਸੋ ਤੁਸੀਂ ਉਹ ਕਰ ਸਕਦੇ ਹੈਗੇ ਆ ਜੀ। ਤੇ ਊਬਰ ਡਰਾਈਵਰ 1099 ਤੇ ਤਾਂ ਹੁੰਦਾ ਹੈ, ਪਰ ਉਹ ਲੋਨ ਮੈਨੂੰ ਨਹੀਂ ਲੱਗਦਾ ਮਿਲੂਗਾ, ਕਿਉਂਕਿ ਉਹ ਕੋਈ ਬਿਜ਼ਨਸ ਓਨ ਨਹੀਂ ਕਰਦਾ। ਉਹ ਨਹੀਂ ਇਹਦੇ 'ਚ ਹੋ ਸਕਦਾ ਕਾਰ ਤਾਂ ਓਨ ਕਰਦੇ, ਪਰ ਗੱਲ ਇਹ ਆ ਵੀ ਉਹਨਾਂ ਨੂੰ ਟੈਕਸ ਭਰਨਾ ਪੈਣਾ। ਰਮਨ ਜੀ, ਸਾਰੇ ਜਿੰਨੇ ਸਾਡੇ ਸਰੋਤੇ ਸੁਣਦੇ ਆ, ਮੇਕ ਸ਼ੋਰ ਕਰੋ ਜਿੰਨੇ ਵੀ ਇੰਡੀਪੈਂਡੈਂਟ ਆਪਰੇਟਰ ਆ, ਪਲੀਜ਼ ਟੈਕਸ ਪਹਿਲਾਂ ਭਰੋ, ਲੋਨ ਅਪਲਾਈ ਕਰਨ ਦੀ ਬਾਅਦ 'ਚ ਸੋਚਿਓ। ਨਹੀਂ ਤੁਹਾਡਾ ਟੈਕਸ ਦੇਖਣਾ ਆ, ਜੇ ਪ੍ਰੂਫ ਨਾ ਹੋਇਆ ਫਿਰ ਕੁਝ ਨਹੀਂ ਹੋਣਾ ਹੈਗਾ, ਮਿਲਣਾ ਨਹੀਂ। ਹਾਂਜੀ ਹਾਂ 2019 ਦਾ ਮਸਟ ਹੈਗਾ ਆ, ਕੋਈ ਨਾ ਕੁਝ ਚਾਹੀਦਾ ਉਹਨਾਂ ਨੂੰ, ਕੋਈ ਵੀ ਪੇਪਰ ਉਹਨਾਂ ਨੇ ਲੈਣਾ ਹੈ। ਇੱਕ ਇਹ ਵੀ ਚੀਜ਼ ਵੈਸੇ ਓਪਨ ਕੀਤਾ ਸੀ ਉਹਨਾਂ ਨੇ, ਊਬਰ ਲਿਫਟ ਡਰਾਈਵਰਸ ਟੈਕਸੀ ਵਰਕਰਸ ਦੇ ਲਈ ਵੀ ਤੁਸੀਂ ਅਨਇੰਪਲੋਇਮੈਂਟ ਜਿਹੜੀ ਫਾਈਲ ਕਰ ਸਕਦੇ ਹੋ। ਜੇ ਲੋਨ ਦਾ ਵਾਲੇ ਪਾਸੇ ਰਾਹ ਨਹੀਂ ਖੋਲ੍ਹਿਆ ਤੇ ਉਹਨਾਂ ਨੇ ਦੂਜੇ ਪਾਸੇ ਨੂੰ ਜਿਹੜਾ ਜ਼ਰੂਰ ਉਹ ਅਪਲਾਈ ਕੀਤਾ ਹੋਇਆ ਹੈ। ਜਿਹੜੀਆਂ ਹਰਜੋਤ ਸਿੰਘ ਜੀ ਕਾਰਪੋਰੇਸ਼ਨਸ ਆ ਜਿਹੜੇ K1 ਲੈਂਦੇ ਆ, ਜਿਹੜਾ ਸਵਾਲ ਹੈਗਾ ਆ, ਜੇ ਉਹਨਾਂ ਨੂੰ ਵੀ ਟੈਕਸ ਫਾਈਲ ਕਰਨਾ ਪੈਣਾ ਹੈ। ਤੇ ਬਾਕੀ ਤੁਸੀਂ ਆਪਣੇ ਦੇਖੋ ਮਨੀਸ਼ ਮਹਿਰਾ ਉਹਨਾਂ ਦਾ ਵੀ ਕੁਐਸਚਨ ਹੈਗਾ ਕਿ ਇਫ ਯੂ ਹੈਵ ਐਸ ਕਾਰਪ ਟੇਕਸ K1 ਕੈਨ ਯੂ ਅਪਲਾਈ PPP ਲੋਨ। PPP ਲੋਨ ਓਨਲੀ ਉਹਦੇ ਲਈ ਹੈਗਾ ਜਿਹੜੇ ਬੰਦਿਆਂ ਨੇ ਪੇਰੋਲ ਕੀਤਾ ਲਾਸਟ ਈਅਰ। ਤੁਸੀਂ ਪੇਰੋਲ ਜੇ ਦਿੱਤਾ ਆ, ਤੁਸੀਂ ਇੰਪਲੋਈ ਹੈਗੇ ਤੁਹਾਡੇ 1 2 3 4 5 ਜਿੰਨੇ ਵੀ ਇੰਪਲੋਈ ਹੈਗੇ, ਜਿਹੜਾ ਪੇਰੋਲ ਕੀਤਾ ਉਹ ਜਿਹੜਾ ਪੇਰੋਲ ਪ੍ਰੋਟੈਕਸ਼ਨ ਪਲਾਨ ਹੈਗਾ ਉਹ ਸਿਰਫ ਉਹਨਾਂ ਲਈ ਹੈਗਾ। ਜਸਟ ਤੁਹਾਡੀ ਐਸ ਕਾਰਪੋਰੇਸ਼ਨ ਜਾਂ ਤੁਸੀਂ K1 ਲੈਂਦੇ ਆ ਤਾਂ PPP ਦੇ ਵਿੱਚ ਤੁਸੀਂ ਐਪਲੀਕੇਬਲ ਨਹੀਂ ਹੁੰਦੇ, ਕਿਉਂਕਿ ਤੁਹਾਡਾ ਪੇਰੋਲ ਨਹੀਂ ਹੈਗਾ। K1 ਤੁਹਾਡਾ ਹੈਗਾ ਕਿ ਜਿੱਥੇ ਤੁਸੀਂ ਆਪਣਾ ਪ੍ਰੋਫਿਟ ਸ਼ੇਅਰਿੰਗ ਲਈ ਆ ਤੁਹਾਡੀ, ਉਹ K1 ਆ। ਸੋ ਜੇ ਤੁਹਾਡਾ ਤੁਸੀਂ ਪੇਰੋਲ ਨਹੀਂ ਕੀਤਾ ਤੇ PPP ਲਈ ਤੁਸੀਂ ਐਲੀਜੀਬਲ ਨਹੀਂ ਹੈਗੇ। ਬਿਲਕੁਲ ਸੋ ਬਿਲਕੁਲ ਇਹ ਵੀ ਦੱਸਦੇ ਜਾਈਏ, ਕਿਤੇ ਇਹ ਨਾ ਸੋਚੋ ਵੀ ਇਹ ਫ੍ਰੀ ਵਾਲੇ ਪੈਸੇ ਆਣੇ ਹੈਗੇ ਆ। ਇਹ ਜਿੰਨੇ ਤੁਹਾਡਾ ਪੇਰੋਲ ਪਿਛਲੇ ਸਾਲ ਸੀ ਉਹਦੇ ਹਿਸਾਬ ਨਾਲ ਉਹ ਨਹੀਂ, ਜਿੱਦਾਂ ਮੰਨ ਲਓ ਵੀ 1,20,000 ਪੇਰੋਲ ਸੀ, 12 ਦੇ ਡਿਵਾਈਡ ਕਰਕੇ ਤੁਹਾਡਾ $10,000 ਬਣਿਆ, ਉਹਦਾ 2.5 ਟਾਈਮ 25,000 ਤਾਈਂ ਤੁਹਾਨੂੰ ਲੋਨ ਮਿਲਣਾ ਆ। ਉਹ ਮਾਫ ਤਾਂ ਹੋਣਾ ਆ ਜੇ ਤੁਸੀਂ ਸੇਮ ਇੰਪਲਾਈ ਰੱਖੋਗੇ। 25,000 ਤੁਹਾਡਾ ਪੇਰੋਲ ਤੇ ਖਰਚ ਹੋਊਗਾ। ਇਹ ਨਹੀਂ ਵੀ ਤੁਸੀਂ 25,000 ਆਪਣਾ ਬੈਂਕ 'ਚ ਜਮ੍ਹਾਂ ਕਰਾ ਲਿਆ, ਉਹ ਸਾਰਾ ਵਾਪਸ ਕਰਨਾ ਪੈਣਾ। ਭਾਜੀ ਸੇਮ ਇੰਪਲੋਈ ਹੋਣ, ਦੈਟ ਨੰਬਰ ਆਫ ਇੰਪਲੋਈ ਹੋਣੇ ਚਾਹੀਦੇ। ਹਾਂਜੀ, ਦੈਟ ਨੰਬਰ ਤੁਹਾਨੂੰ ਹਾਇਰ ਕਰਨੇ ਪੈਣੇ, ਉਹ ਪੇਰੋਲ ਤੇ ਹੀ ਸਪੈਂਡ ਹੋਣਾ ਆ। ਹਾਂਜੀ 75% ਉਹਦੇ ਤੇ। ਬੇਸਿਕਲੀ ਗਵਰਨਮੈਂਟ ਦਾ ਇਹ ਆ ਕਿ they don't want people to go on unemployment। ਉਹ ਅਨਇੰਪਲੋਇਮੈਂਟ ਤੇ ਨਹੀਂ ਚਾਹੁੰਦੇ ਕਿ ਜਾਣ ਬੰਦੇ। ਸੋ ਉਹਨਾਂ ਨੂੰ ਡਾਇਰੈਕਟਲੀ, ਕਿਉਂਕਿ ਹੁਣ ਦੇਖੋ ਅਨਇੰਪਲੋਇਮੈਂਟ ਤੇ ਜਿਹੜੀ ਚੀਜ਼ ਜਾਣੀ ਆ ਉਹ ਅਨਇੰਪਲੋਇਮੈਂਟ ਤੇ ਚੱਲੀ ਆ। ਹੁਣ ਇਸ ਚੀਜ਼ ਤੇ ਜਿਹੜਾ ਇੰਨਾ ਪੈਸਾ ਜਾਣਾ ਆ, ਇਹ ਇੱਥੇ ਟੈਕਸ ਵੀ ਪੇ ਕਰ ਹੋਣਾ ਆ, ਇੱਥੇ ਸਾਰੀਆਂ ਚੀਜ਼ਾਂ ਪੇ ਕਰ ਹੋਣੀਆਂ। ਸੋ ਇਟਸ ਡਿਫਰੈਂਟ ਵੇ ਹੈ ਨਾ ਨੰਬਰਸ ਵਰਕਆਊਟ ਕਰਨ ਦਾ। ਉਹਨਾਂ ਨੂੰ ਬੈਟਰ ਹੈਗਾ ਕਿ ਦੇ ਗਿਵ ਇਟ ਟੂ ਦ ਐਮਪਲੋਇਰ ਐਂਡ ਐਮਪਲੋਇਰ give it to the employee। ਸੋ ਉਹ ਅਨਇੰਪਲੋਇਮੈਂਟ ਤੇ ਨਹੀਂ ਜਾਣਗੇ। ਸੋ ਉਹਦੇ ਕਰਕੇ ਇਹ ਜਿਹੜਾ ਸਾਰਾ ਚੱਕਰ ਪਿਆ ਹੈਗਾ, ਉਹਨਾਂ ਨੇ ਇੱਦਾਂ ਕ੍ਰੀਏਟ ਕੀਤਾ ਹੈਗਾ। ਜੀ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈਗਾ ਆ। ਤੇ ਕੋਈ ਨਹੀਂ ਜੀ, ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਪਾਂ ਇਸ ਦੇ ਉੱਤੇ ਅਪਡੇਟਸ ਲੈ ਕੇ ਆਉਂਦੇ ਰਹਾਂਗੇ, ਕਿਉਂਕਿ ਰੋਜ਼ਾਨਾ ਐਵਰੀ ਡੇ ਜਿਹੜੀਆਂ ਇਸ ਦੇ ਉੱਤੇ ਅਪਡੇਟਸ ਆ ਉਹ ਹੋ ਰਹੀਆਂ ਨੇ, ਚੇਂਜਸ ਜਿਹੜੇ ਉਹ ਆ ਰਹੇ ਨੇ, ਤਰ੍ਹਾਂ ਦੇ ਸਵਾਲ ਜਿਹੜੇ ਆਪਾਂ ਨੂੰ ਸੁਣਨ ਨੂੰ ਜਿਹੜੇ ਉਹ ਮਿਲਦੇ ਨੇ। ਸੋ ਟਰਾਈ ਕਰਾਂਗੇ ਵੱਧ ਤੋਂ ਵੱਧ ਜਿਹੜੀਆਂ ਚੀਜ਼ਾਂ ਆ ਉਹ ਆਪਾਂ ਤੁਹਾਨੂੰ ਦੱਸ ਸਕੀਏ। ਰਮਨ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਆਪਣਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਸਮਾਪਤ ਹੈ। ਮੇਰੇ ਰਾਜਕਮਬੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM